ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰਿਆ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਈ ਹੈ। ਮਹਾਰਾਜ ਨੇ ਜੋ ਭਾਈ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ੀਆਂ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਸਰਬੱਤ ਮਾਈ ਭਾਈ ਹਰ ਰੋਜ਼ ਸਤਿਗੁਰੂ ਜੀ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦਇਆ ਮਿਹਰ ਸਦਕਾ ਜੋ ਲੜੀ ਤਹਿਤ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਪਾਤਸ਼ਾਹ ਜੀ ਦਾ ਜੀਵਨ ਪ੍ਰਸੰਗ ਆਪਾਂ ਪੜ੍ਹ ਸੁਣਿਆ ਹੈ। ਕੱਲ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਫਿਰ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸੱਦ ਲਿਆ ਹੈ, ਤਾਂ ਮਹਾਰਾਜ ਨੂੰ ਪੁੱਛਿਆ ਕਿ ਜਿਹੜੀ ਤੁਸੀਂ ਪੱਤਰ ਲਿਖਿਆ ਇਹਦੇ ਤੇ 3 ਅੰਕ ਹੈ, ਦੂਸਰੀਆਂ 2 ਪੱਤਰਕਾਵਾਂ। ਤਾਂ ਫਿਰ ਸਾਰੀ ਗੱਲ ਸਾਹਮਣੇ ਆ ਗਈ ਕਿ ਗੁਰਸਿੱਖ ਦੇ ਰਾਹੀਂ ਭੇਜੀਆਂ ਤੇ ਉਹ ਬਾਬਾ ਪਿਰਥੀ ਚੰਦ ਨੇ ਫੜ ਲਈਆਂ। ਉਸ ਸਮੇਂ ਬਾਬਾ ਪਿਰਥੀ ਚੰਦ ਨੂੰ ਕਿਹਾ ਤੇ ਉਹ ਝਗੜਾ ਕਰਨ ਲੱਗ ਗਿਆ। ਮੈਂ ਇੰਨਾ ਕੰਮ ਕਰਦਾ, ਮੈਂ ਆਹ ਕੁਛ ਕਰਦਾ, ਤੁਸੀਂ ਮੈਨੂੰ ਕਹੀ ਜਾਂਦੇ ਹੋ। ਇਹ ਸਾਰਾ ਕੁਝ ਇਸ ਤਰ੍ਹਾਂ ਦੀ। ਫਿਰ ਮਹਾਰਾਜ ਨੇ ਉਹ ਚਿੱਠੀਆਂ, ਉਹ ਪੱਤਰਕਾਵਾਂ, ਪਹਿਲੇ 2 ਪਦੇ ਸ਼ਬਦ ਦੇ ਉਹ ਵੀ ਕਢਵਾ ਲਏ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਚਨ ਕਹੇ, ਪੁੱਤਰ ਸੋੜ ਵੰਸ਼ ਦੀ ਤੁਸੀਂ ਰੱਖ ਲਈ ਹੈ, ਕਿਉਂਕਿ ਤੁਸੀਂ ਪ੍ਰਸੰਨ ਕਰ ਲਿਆ ਸਾਨੂੰ।
ਐਲਾਨ ਕਰ ਦਿੱਤਾ ਕਿ ਇਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਜਾਵੇਗੀ। ਬਾਬਾ ਪ੍ਰਿਥੀ ਚੰਦ ਨੇ ਇਸ ਗੱਲ ਦਾ ਵਿਰੋਧ ਕੀਤਾ। ਮੈਂ ਵੱਡਾ ਪੁੱਤਰ ਹਾਂ, ਇਹ ਹੱਕ ਮੈਨੂੰ ਮਿਲਣਾ ਚਾਹੀਦਾ ਹੈ। ਪਰ ਮਹਾਰਾਜ ਦੀ ਜੋ ਬਖਸ਼ਿਸ਼ ਹੈ, ਤਖਤ ਤੇ ਉਹੀ ਬੈਠਦਾ ਜੋ ਤਖਤ ਦੇ ਲਾਇਕ ਹੈ। ਇਹ ਗੁਰਮੁਖੋ ਗੁਰੂ ਸਾਹਿਬ ਦੀ ਮਾਇਆ ਹੈ। ਜੋ ਮਹਾਰਾਜ ਨੇ ਕਰਨਾ ਹੈ, ਇਹ ਸਤਿਗੁਰੂ ਸਾਡੇ ਸਾਹਮਣੇ ਉਹ ਸੰਸਾਰੀ ਖੇਡਾਂ ਕਰਕੇ ਵਿਖਾ ਰਹੇ। ਇਹ ਧੁਰੋਂ ਬਖਸ਼ਿਸ਼ਾਂ ਪ੍ਰਾਪਤੀ ਹੁੰਦੀਆਂ। ਤੋ ਫਿਰ ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਹੁਣ ਗੋਇੰਦਵਾਲ ਸਾਹਿਬ ਨੂੰ ਚੱਲਿਆ ਜਾਵੇ। ਗੋਇੰਦਵਾਲ ਸਾਹਿਬ ਸਾਰੇ ਪਹੁੰਚੇ ਹੈ। ਗੁਰੂ ਸਾਹਿਬ ਨੇ ਬਾਬਾ ਮੋਹਰੀ ਜੀ ਨੂੰ ਕਿਹਾ ਕਿ ਸਾਰਿਆਂ ਨੂੰ ਪੱਤਰਕਾ ਲਿਖ ਕੇ ਇੱਥੇ ਸੱਦ ਲਓ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਗੁਰਤਾ ਗੱਦੀ ਭਾਈ ਹੁਣ ਬਖਸ਼ਣੀ ਹੈ। ਇਹ ਗੱਲ ਤੇ ਸਾਰਿਆਂ ਨੂੰ ਭਲੀ ਪ੍ਰਕਾਰ ਪਤਾ ਸੀ। ਸਰੀਰਕ ਉਮਰ ਦੇ ਵਿੱਚ ਮਹਾਰਾਜ ਨੇ ਇੰਨਾ ਸਮਾਂ ਬਤੀਤ ਕਰਨਾ ਹੈ, ਕਿਉਂਕਿ 6 ਸਾਲ 11 ਮਹੀਨੇ 18 ਦਿਨ ਮਹਾਰਾਜ ਨੇ ਬਖਸ਼ਿਸ਼ ਕੀਤੇ। ਗੁਰੂ ਅਮਰਦਾਸ ਜੀ ਨੇ ਆਪਣੀ ਸਰੀਰਕ ਉਮਰ ਸਾਰੇ ਆ ਗਏ ਨੇ। ਮਰਜ਼ਾਦਾ ਤਹਿਤ ਬਾਬਾ ਸ੍ਰੀ ਚੰਦ ਜੀ ਪਹੁੰਚ ਗਏ ਤੇ ਬਾਬਾ ਧਰਮ ਚੰਦ ਜੀ ਪਹੁੰਚ ਗਏ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੋਤਰੇ ਵੀ। ਇਧਰ ਫਿਰ ਗੁਰੂ ਅੰਗਦ ਦੇਵ ਸਾਹਿਬ ਦੇ ਪੁੱਤਰ ਪਹੁੰਚ ਗਏ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਅੰਸ਼ ਬੰਸ ਉੱਥੇ ਹਾਜ਼ਰ ਹੈ। 22 ਮੰਜੀਆਂ ਬਖਸ਼ਿਸ਼ਾਂ ਵਾਲੇ ਵੀ ਪਹੁੰਚ ਗਏ ਹਨ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸਾਰੇ ਮੁਖੀ ਸਿੱਖ ਸਾਰੇ ਇਕੱਠ ਹੋਇਆ। ਹੋਰ ਬੇਅੰਤ ਸੰਗਤਾਂ ਦੂਰ ਦਰਾਡੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਬਹੁਤ ਵੱਡਾ ਇਕੱਠ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਜਾਨੰਦ ਵਿੱਚ ਸਮਾਧੀ ਲਾਈ। ਦਿਨ ਰਾਤ ਕੀਰਤਨ ਹੋਣਾ ਸ਼ੁਰੂ ਹੋ ਗਿਆ ਹੈ। ਤਾਂ ਉਹ ਦਿਨ ਆ ਗਿਆ ਹੈ, ਭਈ ਆਨ ਜਬ ਹੂੰ ਪੁਨਸਾਰ, ਪਰਿਓ ਭੋਗ ਪਰ ਆਸਾ ਵਾਰ। ਤੇ ਉਹ ਸਵੇਰ ਹੋਈ, ਆਸਾ ਦੀ ਵਾਰ ਦਾ ਜਦੋਂ ਭੋਗ ਪਿਆ ਹੈ, ਫਿਰ ਮਹਾਰਾਜ ਨੇ ਕਿਸ ਤਰ੍ਹਾਂ ਬਖਸ਼ੀ ਹੈ ਗੁਰਤਾ ਗੱਦੀ। ਆਓ ਅੱਗੇ ਪ੍ਰੇਮ ਤੇ ਸਤਿਕਾਰ ਦੇ ਨਾਲ ਜੋ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਈ ਆਨ ਜਬ ਹੂੰ ਭੁਨਸਾਰ। ਜਦੋਂ ਭਾਈ ਭੁਨਸਾਰ ਸਵੇਰ ਹੋ ਆਈ, ਪੌ ਪਟਾਲਾ ਹੋਇਆ। ਪਰੇ ਉਹ ਭੋਗ ਪਾਰੇ ਆਸਾ ਵਾਰ। ਆਸਾ ਦੀ ਵਾਰ ਦਾ ਭੋਗ ਪਾਇਆ ਹੈ। ਹੱਥ ਜੋੜ ਕਰ ਮਸਤਕ ਟੇਕਾ। ਤੇ ਹੱਥ ਜੋੜ ਕਰਕੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਵੀ ਨਮਸਕਾਰ ਕੀਤੀ ਹੈ। ਆਪਣੇ ਨਿਜ ਸਰੂਪ ਪਹਿਲੇ ਸਤਿਗੁਰਾਂ ਨੂੰ ਬ੍ਰਿਧ ਸੰਗ ਬੋਲੇ ਜਲਦ ਵਿਵੇਕਾ। ਜੋ ਜਲਦ ਵਿਵੇਕ ਗਿਆਨ ਦੇ ਸਮੁੰਦਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਕਿਹਾ, ਸ੍ਰੀ ਅਰਜਨ ਇਸ਼ਨਾਨ ਕਰਾਵੋ, ਕਿ ਸਾਡੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ਼ਨਾਨ ਕਰਾਓ। ਬੌਲੀ ਸਾਹਿਬ ਵਿਖੇ ਲਿਜਾ ਕਰਕੇ ਸੁੰਦਰ ਬਸਤਰ ਤਨ ਪਹਿਰਾਵੋ। ਸੋਹਣੇ ਸੁੰਦਰ ਸਰੀਰ ਤੇ ਬਸਤਰ ਪਹਿਨਾਵੋ। ਪੁਨ ਮੋਹਰੀ ਸੰਗ ਕੀਨ ਬਖਾਨ। ਫਿਰ ਬਾਬਾ ਮੋਹਰੀ ਜੀ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ, ਸ੍ਰੀ ਫਲ ਸੁੰਦਰ ਹਮ ਟਹਿ ਗਿਆਨ। ਇੱਕ ਸੋਹਣਾ ਜਿਹੜਾ ਲਲੇਰ ਹੈ ਨਾਰੀਅਲ, ਉਹ ਲਲੇਰ ਸਾਡੇ ਕੋਲੇ ਲੈ ਆਓ। ਸ੍ਰੀ ਫਲ ਕਿਹਾ। ਦਲੇਰ ਨੂੰ ਗੁਰਮੁਖੋ ਸਾਰੇ ਫਲਾਂ ਵਿੱਚੋਂ ਸ਼੍ਰੋਮਣੀ ਫਲ ਮੰਨਿਆ ਜਾਂਦਾ ਹੈ। ਆਮ ਤੌਰ ਤੇ ਤਾਂ ਜਿਹੜਾ ਹੈ ਨਾ ਕਿ ਕਿਹਾ ਜਾਂਦਾ ਹੈ ਫਲਾਂ ਦੇ ਵਿੱਚ ਵੀ ਜੋ ਅੰਬ ਹੈ ਫਲਾਂ ਦਾ ਰਾਜਾ ਹੈ, ਪਰ ਧਰਮ ਜਗਤ ਦੇ ਵਿੱਚ ਜਿਹੜਾ ਲਲੇਰ ਹੈ ਇਹਨੂੰ ਸ਼੍ਰੋਮਣੀ ਫਲ ਮੰਨਿਆ ਹੈ।
ਤੇ ਉਹ ਮਹਾਰਾਜ ਕਹਿੰਦੇ ਸਾਡੇ ਕੋਲ ਲੈ ਆਵੋ, ਕੁੰਕਮ ਪੈਸੇ 5 ਲਿਆਵੋ। ਫਿਰ ਕੁੰਕਮ ਦਾ ਭਾਵ ਹੈ ਕੇਸਰ, ਉਹ ਲਿਆਓ ਤੇ 5 ਇੱਕ ਪੈਸੇ ਦੇ ਸਿੱਕੇ ਲੈ ਆਵੋ। ਆਇਓ ਸਮੂਹ ਬਿਲੰਬ ਨ ਲਾਵੋ। ਇਉਂ ਬਾਬਾ ਮੋਹਰੀ ਜੀ ਉਹ ਸਮਾਂ ਆ ਗਿਆ ਹੈ, ਇਸ ਕਰਕੇ ਤੁਸੀਂ ਦੇਰ ਨਹੀਂ ਲਾਉਣੀ। ਤਬ ਸ੍ਰੀ ਅਰਜਨ ਬਾਪੀ ਨਹਾਏ। ਤਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੌਲੀ ਸਾਹਿਬ ਇਸ਼ਨਾਨ ਕੀਤਾ ਹੈ। ਸੁੰਦਰ ਪਟ ਪਹਿਰੇ ਢਿਗ ਆਏ। ਪਟ ਨਾਮ ਵਸਤਰਾਂ ਦਾ, ਪਟ ਰੇਸ਼ਮ ਤੋਂ ਬਣਿਆ ਸ਼ਬਦ ਹੈ। ਪਟ ਰੇਸ਼ਮ ਨੂੰ ਕਹਿੰਦੇ ਆ, ਭਾਵ ਸੋਹਣੇ ਸੁੰਦਰ ਰੇਸ਼ਮੀ ਜਿਹੜੇ ਵਸਤਰ ਹੈ ਉਹ ਪਹਿਨ ਕਰਕੇ ਗੁਰੂ ਰਾਮਦਾਸ ਜੀ ਦੇ ਕੋਲ ਆ ਗਏ ਹਨ। ਮੋਹਰੀ ਸ੍ਰੀ ਫਲ ਸੋਜ ਲਿਆਇਓ। ਬਾਬਾ ਮੋਹਰੀ ਜੀ ਸ੍ਰੀ ਫਲ ਲੈ ਆਏ, ਲਲੇਰ ਲਿਆਏ ਹਨ, ਹੋਰ ਸਮੱਗਰੀ ਲਿਆਂਦੀ ਹੈ। ਦੇਖ ਗੁਰੂ ਮਨ ਹਰਖ ਵਢਾਇਓ। ਤਾਂ ਦੇਖ ਕੇ ਗੁਰੂ ਰਾਮਦਾਸ ਜੀ ਨੇ ਮਨ ਦੇ ਵਿੱਚ ਖੁਸ਼ੀ ਵਧਾਈ ਹੈ। ਸ੍ਰੀ ਅਰਜਨ ਕੀ ਭੁਜਾ ਗਹਾਏ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਂਹ ਫੜ ਕੇ, ਹੱਥ ਫੜ ਕਰਕੇ ਪ੍ਰੇਮ ਸੰਗ ਨਿਜ ਥਲ ਬੈਠਾਏ। ਬਹੁਤ ਹੀ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਜੀ ਨੇ ਆਪਣੇ ਸਥਾਨ ਤੇ ਬਿਠਾ ਦਿੱਤੇ। ਬਾਹਰੋਂ ਸ੍ਰੀ ਸਤਿਗੁਰ ਉੱਠ ਕਰਕੇ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਉੱਠੇ ਹਨ। ਸ੍ਰੀ ਫਲ ਅਰ ਪੈਸੇ ਕਰ ਧਰ ਕੇ। ਸ੍ਰੀ ਲਲੇਰ ਇੱਕ ਹੱਥ ਵਿੱਚ ਤੇ ਇੱਕ ਹੱਥ ਦੇ ਵਿੱਚ 5 ਇੱਕ ਪੈਸੇ ਦੇ ਸਿੱਕੇ, 5 ਪੈਸੇ ਉਹ ਲੈ ਲਏ ਹਨ। 4 ਪ੍ਰਦਛਨ ਕੋ ਤਬ ਦੀਨ। ਫਿਰ ਇਉਂ 4 ਪ੍ਰਕਰਮਿਆਂ ਕੀਤੀਆਂ ਨੇ। ਭਾਵ ਕੀ ਕਿ ਹੁਣ ਇਹ ਤਾਂ ਦੱਸਿਆ ਨਾ ਆਪ ਜੀ ਦੇ ਗੱਲ ਪਰਪੱਕ ਹੋ ਜੇ ਤਾਂ ਹਰ ਵਾਰੀ ਦੱਸੀ ਦੀ ਹੈ ਕਿ ਹੱਥ ਵਿੱਚ ਕਿਵੇਂ ਮਰਜ਼ਾਦਾ ਸੀ। ਹੱਥ ਵਿੱਚ ਲਲੇਰ, ਇੱਕ ਹੱਥ ਵਿੱਚ 5 ਸਿੱਕੇ, ਇੱਕ ਪੈਸੇ ਦੇ 5 ਪੈਸੇ। ਪਹਿਲਾਂ ਪ੍ਰਕਰਮਿਆਂ ਕਰਨੀਆਂ ਉਹ ਲੈ, ਫਿਰ ਮਹਾਰਾਜ ਅੱਗੇ ਰੱਖ ਕੇ ਨਮਸਕਾਰ ਕਰ ਦਿੰਦੇ। ਉਹਦਾ ਭਾਵ ਆ ਗਿਆ ਲਲੇਰ ਜਿਹੜਾ ਹੈ ਸਾਰੀ ਪ੍ਰਕਿਰਤੀ ਤੇ ਸਾਰੀ ਪ੍ਰਕਿਰਤੀ ਦੀ ਰੁਮਾਵਲੀ, ਕਿ ਹੁਣ ਇਹ ਤੁਹਾਡੇ ਤੋਂ ਵਾਰਨੇ ਜਾਂਦੀ ਹੈ, ਤੁਹਾਡੇ ਚਰਨਾਂ 'ਚ ਹੈ। ਹੁਕਮ ਵਿੱਚ 5 ਤੱਤ, 5 ਪੈਸੇ ਦਾ ਭਾਵ ਉਹ ਵੀ ਸਾਰੇ ਤੁਹਾਡੇ ਹੁਕਮ ਵਿੱਚ ਹੀ ਘੁੰਮ ਰਹੇ ਹੈ, ਕਿਰਿਆ ਕਰ ਰਹੇ ਨੇ, ਤੁਹਾਡੇ ਚਰਨਾਂ 'ਚ ਹੀ ਨੇ। ਤੁਸੀਂ ਸਭ ਕੁਝ ਦੇ ਮਾਲਕ ਸਮਰੱਥ ਹੋ, ਇਹ ਇਹਦਾ ਭਾਵ ਹੈ। ਤੋ 4 ਪ੍ਰਦਛਨ ਕੋ ਤਬ ਦੀਨ। 4 ਪ੍ਰਕਰਮਿਆਂ ਫਿਰ ਗੁਰੂ ਰਾਮਦਾਸ ਜੀ ਨੇ ਕੀਤੀਆਂ ਹਨ। ਸ੍ਰੀ ਅਰਜਨ ਕੋ ਲਾਇਕ ਚੀਨ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਗੁਰੂ ਨਾਨਕ ਦੇ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਲਾਇਕ ਅਧਿਕਾਰੀ ਜਾਣ ਕਰਕੇ ਤੈਨੇ ਅੱਗੇ ਧਰ ਮਸਤਕ ਟੇਕਾ। ਤੇ ਅੱਗੇ ਰੱਖ ਕੇ ਫਿਰ 4 ਪ੍ਰਕਰਮਿਆਂ ਕਰਨ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਦਿੱਤਾ। ਤੇ ਜਦੋਂ ਪ੍ਰਕਰਮਿਆਂ ਕਰਕੇ ਨਮਸਕਾਰ ਕਰ ਦਿੱਤੀ, ਜਿਹੜੀ ਭਾਈ ਸਮਰੱਥਾ ਤਾਕਤ ਗੁਰਤਾ ਗੱਦੀ ਵਾਲੀ ਹੈ ਨਾ, ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਅੰਦਰ ਪ੍ਰਵੇਸ਼ ਕਰਦੀ। ਉਹ ਤਾਕਤ ਸਾਰੀ ਇਉਂ ਅੱਗੇ ਰੱਖ ਕਰਕੇ ਤੈਨੇ ਅੱਗੇ ਧਰ ਮਸਤਕ ਟੇਕਾ, ਮੱਥਾ ਟੇਕਿਆ ਹੈ। ਅਤ ਆਨੰਦ ਭਾ ਜਲਦ ਵਿਵੇਕਾ। ਜਲਦ ਵਿਵੇਕ, ਜਲਦ 2 ਸ਼ਬਦਾਂ ਦਾ ਜੋੜ ਹੈ। ਜਲ ਨਿਧ, ਸਾਰੇ ਜਲ ਦਾ ਭੰਡਾਰ ਕੀ ਹੈ? ਸਮੁੰਦਰ। ਵਿਵੇਕ ਨਾਮ ਗਿਆਨ ਦਾ, ਭਾਵ ਗਿਆਨ ਦਾ ਸਮੁੰਦਰ। ਅਤ ਆਨੰਦ ਭਾ ਜਲਦ ਵਿਵੇਕਾ।
ਤੇ ਗੁਰੂ ਰਾਮਦਾਸ ਗਿਆਨ ਦੇ ਸਮੁੰਦਰ ਸਤਿਗੁਰੂ ਬਹੁਤ ਆਨੰਦ ਵਿੱਚ ਹੋਏ ਹਨ। ਪੁਨ ਸਤਿਗੁਰ ਕੀ ਆਇਸ ਪਾਏ। ਫਿਰ ਇਹ ਮਰਜ਼ਾਦਾ ਸੀ ਜਿਹੜੀ ਕਿ ਸਭ ਤੋਂ ਪਹਿਲਾਂ ਤਾਂ ਗੁਰਤਾ ਗੱਦੀ ਜਿਹੜੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਅੱਗੇ ਬਖਸ਼ਿਸ਼ ਕਰਨੀ, ਉਸ ਤੋਂ ਬਾਅਦ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਡਿਆਈਆਂ ਬਖਸ਼ੀਆਂ ਬਾਬਾ ਬੁੱਢਾ ਜੀ ਨੂੰ। ਉਹਨਾਂ ਦੀ ਫਿਰ ਅੰਸ ਵੰਸ ਨੂੰ ਅੱਗੇ ਮਿਲੀਆਂ, ਕਿਉਂ ਇਹ ਭਾਈ ਸਿਰੇ ਤੱਕ ਹੀ ਮਰਜ਼ਾਦਾ ਨਿਭਾਈ ਜਾਂਦੀ ਰਹੀ। ਤੇ ਜਦੋਂ ਦੇਖੋ ਸੱਤਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਨਾ, ਧੀਰ ਮੱਲ ਨੇ ਬਹੁਤ ਜ਼ੋਰ ਲਾਇਆ, ਇੱਥੋਂ ਤੱਕ ਕਿ ਬਾਬਾ ਬੁੱਢਾ ਜੀ ਦੀ ਅੰਸ ਬੰਸ ਨੂੰ ਇਹ ਵੀ ਕਿਹਾ ਜਿੰਨੇ ਤੁਹਾਨੂੰ ਧਨ ਚਾਹੀਦਾ ਉਹ ਤੁਹਾਨੂੰ ਦੇ ਦਿੰਦੇ ਆ, ਪਰ ਇੱਕ ਵਾਰੀ ਮੈਨੂੰ ਤਿਲਕ ਕਰ ਦਿਓ। ਕਿਉਂਕਿ ਇਹ ਗੱਲ ਸਾਰੇ ਸੰਗਤਾਂ ਵਿੱਚ ਪ੍ਰਚਲਿਤ ਘਰ ਕੀਤੀ ਹੋਈ ਸੀ ਕਿ ਜਿਨ੍ਹਾਂ ਨੂੰ ਵੀ ਬਾਬੇ ਬੁੱਢੇ ਕੇ ਤਿਲਕ ਕਰਨਗੇ ਉਹ ਗੁਰੂ ਹੈ। ਇਹਨੂੰ ਧੀਰ ਮੱਲ ਨੂੰ ਇਹ ਸੀ ਕਿ ਇੱਕ ਵਾਰੀ ਮੈਨੂੰ ਬਾਬਾ ਬੁੱਢਾ ਜੀ ਦੀ ਵੰਸ ਤਿਲਕ ਕਰ ਦੇਵੇ ਨਾ, ਫਿਰ ਮੈਨੂੰ ਸੰਗਤ ਮੰਨਣ ਲੱਗ ਜੂਗੀ। ਪਰ ਉਹ ਦੇਖੋ ਕਿੱਡੀ ਕਿਰਪਾ ਹੈ ਕਿ ਇਹ ਨਹੀਂ ਹੈ ਧਨ ਬਥੇਰਾ ਆਉਣ ਜਾਣ ਵਾਲੀਆਂ ਖੇਡਾਂ। ਬਾਬਾ ਬੁੱਢਾ ਜੀ ਦੀ ਅੱਗੇ ਅੰਸ ਬੰਸ ਵੀ ਉਸੇ ਹੁਕਮ ਵਿੱਚ ਬੱਧੀ ਰਹੀ, ਕੋਈ ਮਨ ਵਿੱਚ ਲਾਲਚ ਨਹੀਂ। ਤੇ ਭਾਈ ਰਾਮ ਕੋਇਰ ਜੀ ਜੋ ਬਾਬਾ ਗੁਰਬਖਸ਼ ਸਿੰਘ ਜੀ ਹੋਏ ਅੰਮ੍ਰਿਤ ਛਕ ਕੇ, ਉਹਨਾਂ ਦੇਖੋ ਉਸੇ ਤਰ੍ਹਾਂ ਭਾਵੇਂ ਉਮਰ ਉਦੋਂ ਛੋਟੀ ਸੀ 5 ਸਾਲ ਦੀ, ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਰਾਮ ਕੋਇਰ ਜੀ ਨੇ ਦਿੱਤਾ। ਔਰ ਉਹ ਵਿਚਾਰ ਇਉਂ ਮਹਾਰਾਜ ਨੇ ਨਮਸਕਾਰ ਕੀਤੀ ਤੇ ਮੱਥਾ ਟੇਕ ਕਰਕੇ ਆਨੰਦ ਸਹਿਤ ਪੁਨ ਸਤਿਗੁਰ ਕੀ ਆਇਸ ਪਾਏ। ਫਿਰ ਗੁਰੂ ਰਾਮਦਾਸ ਜੀ ਨੇ ਆਗਿਆ ਕੀਤੀ, ਉਹ ਆਗਿਆ ਪਾ ਕਰਕੇ ਬ੍ਰਿਧ ਜੀ ਉੱਠੇ ਉਰੇ ਦੇ ਹਰ ਖਾਏ। ਬਾਬਾ ਬੁੱਢਾ ਜੀ ਫਿਰ ਭਾਈ ਹਿਰਦੇ ਤੋਂ ਪ੍ਰਸੰਨ ਹੋ ਕਰਕੇ ਉੱਠੇ ਹਨ। ਭਰ ਜੋ ਭਾਗ ਸੁਭਾਲ ਜੋ ਨੀਕਾ। ਜੋ ਭਾਈ ਭਰ ਜੋ ਭਾਗ ਭਰਿਆ ਹੋਇਆ, ਜਿਹੜਾ ਭਾਗਾਂ ਨਾਲ ਭਾਲ, ਉਹ ਮਸਤਕ ਭਾਲ ਮੱਥੇ ਨੂੰ ਕਹਿੰਦੇ। ਜੋ ਨੀਕਾ ਜਿਹੜਾ ਭਾਈ ਸ਼ੁਭ ਚੰਗਾ ਮਸਤਕ, ਉਹ ਭਾਗਾਂ ਨਾਲ ਭਰਿਆ ਹੋਇਆ ਮਸਤਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਨਿਜ ਕਰਤੇ ਸੁਨ ਕੀਨੋ ਟੀਕਾ। ਬਾਬਾ ਬੁੱਢਾ ਜੀ ਨੇ ਆਪਣੇ ਹੱਥ ਨਾਲ ਉਹ ਕੇਸਰ ਦਾ ਟਿੱਕਾ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਸਤਕ ਤੇ ਲਾਇਆ ਹੈ। ਹੁਣ ਇੱਥੇ ਵੀ ਕਈ ਵਾਰ ਅੱਜ ਕੱਲ ਸਾਡੇ ਅੰਦਰ ਇੱਕ ਭਰਮ ਬਾੜਤਾ ਪ੍ਰਚਾਰਕਾਂ ਨੇ, ਉਹ ਹਰੇਕ ਚੀਜ਼ ਨੂੰ ਨਿੰਦਦੇ ਆ ਤੇ ਹਰੇਕ ਗੱਲ ਨੂੰ ਬਾਹਮਣਵਾਦ ਕਹਿੰਦੇ ਨੇ। ਦਲੇਰ ਬਾਹਮਣਵਾਦ, ਟਿੱਕਾ ਮੱਥੇ ਤੇ ਲਾਉਣ ਨੂੰ ਕਹਿੰਦੇ ਬਾਹਮਣਵਾਦ। ਦੇਖੋ ਇਹ ਵੱਖਰਾ ਵੱਖਰਾ ਹੈ। ਜਿਹੜਾ ਮਸਤਕ ਤੇ ਟਿੱਕਾ 10 ਦੁਆਰ ਤੇ ਤ੍ਰਿਕੁਟੀ ਤੇ ਲਾਇਆ ਜਾਂਦਾ ਸੀ, ਜਿਹੜੇ ਗੁਰਮੁਖੋ ਬ੍ਰਾਹਮਣ ਨੇ, ਆਪਾਂ ਨੂੰ ਬਹੁਤਾ ਤਾਂ ਨਹੀਂ ਪਤਾ, ਕਿਸੇ ਜਾਣਕਾਰ ਬ੍ਰਾਹਮਣ ਨੂੰ ਪੁੱਛਣਾ, ਉਹਨਾਂ ਦੇ ਤਾਂ 12 ਤਰ੍ਹਾਂ ਦੇ ਟਿੱਕੇ ਆ ਸਰੀਰ ਤੇ ਲਾਉਂਦੇ ਆ। ਤੇ ਉਹਦੇ ਨਾਲ ਹੁਣ ਜੇ ਕੋਈ ਮਸਤਕ ਤੇ ਕੇਸਰ ਦਾ ਟਿੱਕਾ ਲਾਉਣ ਨਾਲ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ। ਕੇਸਰ ਇੱਕ ਬੂਟੀ ਹੈ ਸੁਗੰਧਤ, ਤੇ ਇਹ ਰੀਤੀਆਂ ਤੇ ਮਰਜ਼ਾਦਾ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ, ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਕੇਸਰ ਦੇ ਟਿੱਕੇ ਲਾਏ ਗਏ ਤੇ ਮਰਜ਼ਾਦਾ ਹੁੰਦੀ ਸੀ। ਉਦੋਂ ਬਾਅਦ ਫਿਰ ਜਿਹੜੇ ਨੇ ਉੱਠਣਾ ਮਰਜ਼ਾਦਾ ਦੇ ਨਾਲ, ਇਹ ਰੀਤੀ ਮਰਜ਼ਾਦਾ ਕੀ ਸੀ? ਗੁਰੂ ਸਾਹਿਬ ਗੁਰਤਾ ਗੱਦੀ ਬਖਸ਼ਦੇ, ਉਦੋਂ ਬਾਅਦ ਦੂਜੇ ਨੰਬਰ ਤੇ ਬਾਬਾ ਬੁੱਢਾ ਜੀ ਜਾਂ ਉਹਨਾਂ ਦੀ ਅੰਸ਼ ਵੰਸ਼ ਟਿੱਕਾ ਲਾਉਣੀ, ਫਿਰ ਬੇਦੀ ਵੰਸ਼, ਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਤਰੇਹਣ ਵੰਸ਼, ਫਿਰ ਗੁਰਮੁਖੋ ਭੱਲਾ ਵੰਸ਼। ਇਹ ਜਦੋਂ ਮੁਖੀ ਟਿੱਕੇ ਲਾ ਹਟਦੇ, ਫਿਰ ਜਿੰਨੇ ਬਖਸ਼ਿਸ਼ਾਂ ਵਾਲੇ, ਜਿਨ੍ਹਾਂ ਜਿਨ੍ਹਾਂ ਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ ਸੀ,
ਜਿਵੇਂ ਮੰਜੀਆਂ ਬਖਸ਼ੀਆਂ, ਹੋਰ ਬਖਸ਼ਿਸ਼ਾਂ ਗੁਰੂ ਸਾਹਿਬਾਂ ਮੌਕੇ ਹੋਈਆਂ, ਉਹ ਉੱਠਦੇ ਸਾਨੂੰ ਸਿਰੋਂ ਪਾਓ ਦੇ ਕੇ, ਸਨਮਾਨ ਦੇ ਕਰਕੇ, ਦਸਤਾਰਾਂ ਭੇਟ ਕਰਕੇ ਉਹ ਆਪਣੇ ਵੱਲੋਂ ਸਤਿਕਾਰ ਦਿੰਦੇ, ਨਮਸਕਾਰ ਕਰਦੇ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਛੋਟੀਆਂ ਬਖਸ਼ਿਸ਼ਾਂ ਮੁਖੀ ਸਿੱਖ ਵੱਖ-ਵੱਖ ਜਗ੍ਹਾ ਤੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ, ਜਥੇਦਾਰੀਆਂ, ਉਹ ਇਉਂ ਫਿਰ ਸੰਗਤਾਂ ਜਿੰਨੀਆਂ ਵੀ ਇਲਾਕੇ ਦੀਆਂ, ਪਿੰਡਾਂ ਦਾ ਮੁਖੀ, ਇਹ ਸਾਰੀ ਮਰਜ਼ਾਦਾ ਹੁੰਦੀ ਸੀ, ਰੀਤੀ ਮਰਜ਼ਾਦਾ ਤਹਿਤ ਹੀ ਸਭ ਕੁਝ ਹੁੰਦਾ। ਤੋ ਉਸ ਸਮੇਂ ਉਹ ਭਰ ਜੋ ਭਾਗ ਸੋ ਭਾਲ ਜੋ ਨੀਕਾ, ਭਾਗਾਂ ਨਾਲ ਭਰਿਆ ਹੋਇਆ ਜੋ ਸ਼ੁਭ ਮਸਤਕ ਹੈ, ਨਿਜ ਕਰਤੇ ਸੁਨ ਕੀਨੋ ਟੀਕਾ। ਆਪਣੇ ਭਾਈ ਹੱਥਾਂ ਦੇ ਨਾਲ ਸੁਨ ਦੀ ਜਗ੍ਹਾ ਤੇ ਸ਼ੁਭ ਸ਼ਬਦ, ਠੀਕ ਹੈ, ਸ਼ੁਭ ਟਿੱਕਾ ਜਿਹੜਾ ਹੈ ਬਾਬਾ ਬੁੱਢਾ ਜੀ ਨੇ ਲਾਇਆ ਹੈ। ਸਭ ਸੋ ਸਤਿਗੁਰ ਬਾਕੋ ਚਾਰੇ। ਤੇ ਫਿਰ ਸਾਰਿਆਂ ਨੂੰ ਗੁਰੂ ਰਾਮਦਾਸ ਜੀ ਨੇ ਬਚਨ ਕਹੇ, ਸੁਨੋ ਸਿੱਖ ਸਤਿਗੁਰ ਕੇ ਪਿਆਰੇ। ਹੇ ਭਾਈ ਸਤਿਗੁਰੂ ਦੇ ਪਿਆਰੇ ਗੁਰ ਸਿੱਖੋ, ਸਾਰੇ ਸੁਣ ਲੋ। ਸ੍ਰੀ ਅਰਜਨ ਮਮ ਰੂਪ ਨਿਹਾਰੋ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਣ ਤੁਸੀਂ ਮੇਰਾ ਹੀ ਰੂਪ ਵੇਖਣਾ ਹੈ। ਜਿਮ ਮੁਝ ਲਖੋ ਤਥਾ ਔਰ ਧਾਰੋ। ਤੇ ਜਿਵੇਂ ਮੈਨੂੰ ਤੁਸੀਂ ਜਾਣ ਰਹੇ ਹੋ ਉਸੇ ਤਰ੍ਹਾਂ ਹੀ ਹਿਰਦੇ ਵਿੱਚ ਇਹ ਗੱਲ ਧਾਰ ਲਓ। ਗੁਰੂ ਸਿੰਘਾਸਨ ਪਰ ਇਹੋ ਥਿਰਿਓ। ਕਿ ਹੁਣ ਜਿਹੜਾ ਗੁਰੂ ਕਾ ਸਿੰਘਾਸਣ ਹੈ, ਗੁਰਤਾ ਗੱਦੀ, ਉਹਦੇ ਤੇ ਇਹ ਬਿਰਾਜਮਾਨ ਹੋ ਗਏ ਹਨ। ਹਲਤ ਪਲਤ ਸਭ ਭਾਰ ਜੋ ਧਰਿਓ। ਜਿਹੜਾ ਹਲਤ ਪਲਤ ਲੋਕ ਪ੍ਰਲੋਕ ਦਾ ਸਾਰਾ ਭਾਰ ਇਹਨਾਂ ਤੇ ਧਰ ਦਿੱਤਾ ਹੈ। ਸੰਗਤ ਕੋ ਭਵ ਪਾਰ ਉਤਾਰੈ ਹੈ। ਹੁਣ ਇਹੀ ਸੰਗਤਾਂ ਨੂੰ ਇਸ ਭੌਜਲ ਤੋਂ ਪਾਰ ਕਰਨਗੇ। ਕਾਰਜ ਅਨਕ ਜਗਤ ਮਹਿ ਸਾਰੈ ਹੈ। ਤੇ ਅਨੇਕਾਂ ਕਾਰਜ ਆਪਣੇ ਸੇਵਕਾਂ ਦੇ ਜਗਤ ਵਿੱਚ ਸਾਰਨਗੇ, ਪੂਰੇ ਕਰਨਗੇ। ਉਠੋ ਸਕਲ ਬੰਧਨ ਇਸ ਕੀਜੈ ਹੈ। ਤੋ ਉਠੋ ਹੁਣ ਸਾਰੇ ਭਾਈ, ਇਹਨਾਂ ਨੂੰ ਨਮਸਕਾਰ ਕਰੋ। ਨਾਨਾ ਭਾਂਤ ਉਪਾਇਨ ਦੀਜੈ ਹੈ। ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪਿਟਾਵਾਂ ਹਨ, ਉਹ ਹੁਣ ਇਹਨਾਂ ਦੇ ਅੱਗੇ ਰੱਖੋ। ਸੁਣ ਸਤਿਗੁਰ ਕੇ ਬਚਨ ਆਨੰਦੇ। ਸਤਿਗੁਰੂ ਦੇ ਆਨੰਦਦਾਇਕ ਬਚਨ ਸੁਣ ਕਰਕੇ ਬੋਲਤ ਜੈ ਜੈਕਾਰ ਬਿਲੰਦੇ। ਉੱਚੀ ਉੱਚੀ ਜੈ ਜੈਕਾਰ ਬੋਲਦੇ ਹੋਏ ਜਥਾ ਸ਼ਕਤ ਕਰ ਨਿਕਟ ਅਕੋਰਾ। ਜੋ ਵੀ ਭਾਈ ਜਥਾ ਸ਼ਕਤ ਜਿਸ ਤਰ੍ਹਾਂ ਦੀਆਂ ਪਿਟਾਵਾਂ ਸਨ, ਉਹ ਕੋਲੇ ਨਮਸਕਾਰ ਕੀਨਸ ਕਰ ਜੋਰਾ। ਅੱਗੇ ਗੁਰੂ ਸਾਹਿਬ ਦੇ ਰੱਖ ਕੇ ਹੱਥ ਜੋੜ ਕੇ ਨਮਸਕਾਰ ਕਰਦੇ ਹਨ। ਉਤਸ਼ਬ ਸਭ ਸਿੱਖਨ ਮਹਿ ਹੋਵਾ। ਸਾਰੇ ਸਿੱਖਾਂ ਦੇ ਵਿੱਚ ਬਹੁਤ ਉਤਸ਼ਬ ਹੋਇਆ ਹੈ। ਸ੍ਰੀ ਅਰਜਨ ਰਵ ਉਦਤਿਓ ਜੋਵਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੂਰਜਵਤ ਪ੍ਰਕਾਸ਼ਵਾਨ ਹੋਏ ਹਨ। ਦਾਸ ਤਾਮ ਰਸ ਬਿਕਸੇ ਬ੍ਰਿੰਦ। ਤੇ ਜਿਹੜੇ ਭਾਈ ਦਾਸ ਨੇ, ਉਹ ਜਿਵੇਂ ਕਮਲ ਫੁੱਲ ਖਿੜ ਜਾਂਦਾ ਹੈ, ਇਉਂ ਬਹੁਤ ਖਿੜੇ ਹਨ। ਜਗਿਆਸੀ ਗਨ ਮੁਦਤ ਮਲਿੰਦ। ਤੇ ਜਾਂ ਜਿੰਨੇ ਵੀ ਭਾਈ ਜਗਿਆਸੂ ਪੁਰਸ਼ ਹੈ, ਜਿਵੇਂ ਸੂਰਜ ਚੜ੍ਹੇ ਤੋਂ ਜਿਹੜੇ ਤਾਂ ਹੁੰਦੇ ਆ, ਕੋਈ ਐਸਾ ਜਿਵੇਂ ਟਟਿਆਣਾ ਹੋਵੇ, ਹੋਰ ਇਹੋ ਜਿਹੇ ਜਾਂ ਉੱਲੂ ਹੋਣ, ਇਹ ਵੀ ਖੁੱਡਾਂ 'ਚ ਵੜ ਜਾਂਦੇ ਆ, ਛੁਪ ਜਾਂਦੇ ਨੇ। ਤੇ ਜਿਹੜੇ ਭਾਈ ਕਮਲ ਫੁੱਲ ਹੈ, ਹੋਰ ਫੁੱਲ ਨੇ, ਇਹ ਖਿੜ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਤਾਮਰਸ ਹਨੇਰਾਵਤ, ਜਿਹੜੇ ਹਨੇਰੇ 'ਚ ਵਿਚਰਨ ਵਾਲੇ ਆ, ਉਹ ਤਾਂ ਸਾਰੇ ਅੰਦਰ ਵੜ ਗਏ। ਜਿਹੜੇ ਤਮੂ ਹਨੇਰੇ ਅਗਿਆਨੀ ਹੈ, ਗੁਰੂ ਘਰ ਦੇ ਦੋਖੀ,
ਤੇ ਜਿਹੜੇ ਗੁਰਮੁਖੋ ਪ੍ਰੇਮ ਭਾਵਨਾ ਵਾਲੇ ਉਹ ਖਿੜੇ ਹਨ। ਜਗਿਆਸੀ ਗਨ ਮੁਦਤ ਮਲਿੰਦ, ਜਿਗਿਆਸਾ ਭਾਵਨਾ ਰੱਖਣ ਵਾਲੇ ਬੇਅੰਤ ਹੀ ਇਉਂ ਖੁਸ਼ੀ ਖੇੜਾ ਉਹਨਾਂ ਦੇ ਚਿਹਰੇ ਪਰ ਆਇਆ, ਜਿਵੇਂ ਕਮਲ ਦੇ ਫੁੱਲ ਖਿੜੇ ਐ ਇਉਂ ਖਿੜੇ ਹਨ। ਸੁਨ ਜਨਨੀ ਵੱਡ ਭਾਗੀ ਭਾਨੀ, ਫੇਰ ਉਹ ਮਾਤਾ ਵੱਡੇ ਭਾਗਾਂ ਵਾਲੀ ਸਤਿਕਾਰਯੋਗ ਮਾਤਾ ਭਾਨੀ ਜੀ। ਸੁਤ ਅਰਜਨ ਭੇ ਗੁਣ ਗੁਣ ਖਾਨੀ, ਜਿਨ੍ਹਾਂ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੇਅੰਤ ਗੁਣਾਂ ਦੇ ਮਾਲਕ, ਉਹਨਾਂ ਦੀ ਮਾਤਾ ਗੁਣਾਂ ਦੀ ਖਾਣ। ਸਿਮਰਤ ਪਿਤਾ ਬਾਕ ਮੁਖ ਪ੍ਰਾਇਵ, ਆਪਣੇ ਪਿਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਮੁਖੋਂ ਬਚਨ ਹੋਏ ਹੁਣ ਉਹ ਚੇਤੇ ਕਰਦੀ ਹੈ। ਨਹੀਂ ਬੰਸ ਤੇ ਗੁਰ ਤਾ ਜਾਇਬ, ਇਹ ਬਚਨ ਕਰਤਾ ਸੀ ਚੰਗਾ, ਇਹ ਹੁਣ ਗੁਰਤਾ ਬੰਸ ਤੋਂ ਨਹੀਂ ਜਾਵੇਗੀ, ਅੰਸ਼ ਬੰਸ ਵਿੱਚ ਰਹੇਗੀ। ਪਿਤਾ ਗੁਰੂ ਕੋ ਕਹਿਓ ਅਟਲ ਹੈ, ਜੋ ਪਿਤਾ ਗੁਰੂ ਸਾਹਿਬ ਨੇ ਬਚਨ ਕੀਤੇ ਗੁਰੂ ਅਮਰਦਾਸ ਮਹਾਰਾਜ ਨੇ, ਉਹਨਾਂ ਦਾ ਕਿਹਾ ਹੋਇਆ ਬਚਨ ਅਟਲ ਹੈ। ਚੱਲੈ ਸੁਮੇਰ ਨਹੀਂ ਸੋ ਚੱਲ ਹੈ, ਸੁਮੇਰ ਪਰਬਤ ਤੇ ਡੋਲ ਸਕਦਾ, ਚੱਲੈ ਸੁਮੇਰ ਨਹੀਂ ਸੋ ਚੱਲ ਹੈ। ਗੁਰੂ ਦਾ ਬਚਨ ਨਹੀਂ ਚਲਾਈਮਾਨ ਹੋ ਸਕਦਾ, ਗੁਰੂ ਦਾ ਬਚਨ ਨਹੀਂ ਬਿਰਥਾ ਜਾ ਸਕਦਾ। ਆਸ ਵਿਚਾਰ ਕਰ ਗਰੀਬ ਨਿਵਾਈ, ਐਸੀ ਮਨ ਵਿੱਚ ਵਿਚਾਰ ਕਰਕੇ ਨਮਸਕਾਰ ਕੀਤੀ, ਸਿਰ ਨਿਵਾ ਕਰਕੇ। ਧੰਨ ਗੁਰ ਨਾਨਕ ਮੁਖੋ ਅਲਾਈ, ਮਾਤਾ ਭਾਨੀ ਨੇ ਆਪਣੇ ਮੁਖੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਇਹ ਬਚਨ ਕਹੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਚਤੁਰਥ ਮਹੱਲੇ ਚੌਥੇ ਮਹੱਲੇ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਕੋ ਗੁਰਤਾ ਦੇਵਨ ਪ੍ਰਸੰਗ ਵਰਣਨ। ਪੰਜਵੇਂ ਪਾਤਸ਼ਾਹ ਬਣੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਜੋ ਗੁਰਤਾ ਗੱਦੀ ਪ੍ਰਾਪਤ ਹੋਈ ਉਹ ਪ੍ਰਸੰਗ, ਇਸ ਪ੍ਰਸੰਗ ਦੇ ਵਿੱਚ ਇਹ ਪ੍ਰਸੰਗ ਆਇਆ ਕਿਹੜਾ ਹੈ, ਨਾਮ ਨਵਮੋ ਮੰਦਰ ਹੈ, 9ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 10ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹਨ। ਗੁਰ ਸਿੰਘਾਸਨ ਥਿਤ ਭਏ, ਸ੍ਰੀ ਅਰਜਨ ਸੁਖ ਕੰਦ, ਗੁਰਤਾ ਗੱਦੀ ਸਿੰਘਾਸਣ ਦੇ ਉੱਤੇ ਬਿਰਾਜਮਾਨ ਹੋ ਗਏ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸੁੱਖਾਂ ਦਾ ਜੋ ਮੂਲ ਹਨ। ਪੇਖ ਸਿੱਖ ਬਲ ਬਲ ਜਾਵਹੀ, ਪਾਵਹਿ ਦਰਸ ਆਨੰਦ, ਜਿੰਨੇ ਵੀ ਗੁਰਸਿੱਖ ਹੈ ਉਹ ਵੇਖ ਵੇਖ ਕੇ ਗੁਰੂ ਸਾਹਿਬ ਤੋਂ ਬਾਰ-ਬਾਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲ-ਬਲ ਜਾਂਦੇ ਨੇ। ਪਾਵਹਿ ਦਰਸ ਆਨੰਦ, ਦਰਸ਼ਨ ਕਰਕੇ ਆਨੰਦ ਪਾਉਂਦੇ ਹਨ। ਚੌਪਈ ਸਭਾ ਬਿਖੈ ਸ੍ਰੀ ਸਤਿਗੁਰ ਤਬੈ, ਉਸ ਦੀਵਾਨ ਦੇ ਵਿੱਚ ਸ੍ਰੀ ਸਤਿਗੁਰੂ ਜੀ ਫਿਰ ਬੈਠੇ। ਚੌਦਿਸ ਸੰਗਤ ਸਭੈ, ਗੁਰੂ ਰਾਮਦਾਸ ਮਹਾਰਾਜ ਬੈਠੇ ਨੇ ਤੇ ਚਾਰੇ ਪਾਸੇ ਸਾਰੀਆਂ ਸੰਗਤਾਂ ਹਨ। ਸ੍ਰੀ ਅਰਜਨ ਸੁਤ ਕੀ ਦਿਸ ਦੇਖ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪੁੱਤਰ ਵੱਲ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੇਖ ਕੇ ਕਹਿਓ ਬਾਕ ਮਨ ਮੁਦਤ ਵਸੇਖ, ਇਹ ਵਿਸ਼ੇਸ਼ ਕਰਕੇ ਮਨ ਵਿੱਚ ਮੁਦਤ ਪ੍ਰਸੰਨਤਾ ਧਾਰ ਕੇ ਫਿਰ ਇਹ ਬਚਨ ਕਹੇ। ਹੋਤ ਸ਼ਬਦ ਕੇ ਚਤੁਰਥ ਪਦ ਸਭ, ਇਹ ਜੋ ਸ਼ਬਦ ਹੈ ਉਹਦਾ ਜਿਹੜਾ ਚੌਥਾ ਪਦਾ ਹੈ ਤੋ ਸਾਰਾ ਇਹ ਸ਼ਬਦ ਦੇ ਇਹਦੇ ਮਹਾਰਾਜ ਨੇ ਭਾਵ ਤਾਂ ਕੋਈ ਸ਼ਬਦ 2 ਪਦਿਆਂ ਦਾ, ਕੱਲ ਵੀ ਗੱਲ ਕੀਤੀ ਕੋਈ 3 ਪਦਿਆਂ ਦਾ। ਮਹਾਰਾਜ ਕਹਿੰਦੇ ਸ਼ਬਦ ਜਿਹੜਾ ਹੈ ਇਹ 4 ਪਦਿਆਂ ਦਾ ਸੰਪੂਰਨ ਹੁੰਦਾ ਹੈ। ਇਸ ਕਰਕੇ
ਕਰੇ ਤੀਨ ਇੱਕ ਸੇ ਸੋ ਹੈ ਅਬ। ਤੁਸੀਂ ਹੈ ਪੁੱਤਰ ਜੀ ਤਿੰਨ ਪਦੇ ਤਾਂ ਵਿਚਾਰੇ, ਇੱਕ ਪਦਾ ਸ਼ੇਸ਼ ਹੈ, ਇੱਕ ਪਦਾ ਬਾਕੀ ਹੈ। ਰਚੋ ਸੋ ਪਦ ਇੱਕ ਨਿਕਟ ਹਮਾਰੇ। ਹੁਣ ਤੁਸੀਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਹੋ, ਤੋ ਸਾਡੇ ਕੋਲ ਹੀ ਹੁਣ ਉਹ ਚੌਥਾ ਪਦਾ ਵੀ ਜਿਹੜਾ ਹੈ ਉਹ ਉਚਾਰਨ ਕਰੋ। ਭਾਵੋ ਸ਼ਬਦ ਭੋਗ ਮਤ ਸਤਾਰੇ। ਇਉਂ ਸ੍ਰੇਸ਼ਟ ਮਤ ਜਾਂ ਮਤ ਵਿੱਚ ਧਾਰ ਕਰਕੇ ਇਹ ਹੁਣ ਤੁਸੀਂ ਸ਼ਬਦ ਦਾ ਚੌਥਾ ਪਦਾ ਉਚਾਰ ਕੇ ਸ਼ਬਦ ਸੰਪੂਰਨ ਕਰੋ। ਭੋਗ ਪਾਉਣ, ਪਾਵੋ ਸ਼ਬਦ ਭੋਗ। ਸ਼ਬਦ ਭੋਗ ਦਾ ਭਾਵ ਹੈ ਸ਼ਬਦ ਨੂੰ ਸੰਪੂਰਨ ਕਰਨਾ। ਜਿਵੇਂ ਆਪਾਂ ਕਹਿੰਦੇ ਭੋਗ ਪੈਣਾ ਹੈ, ਉਹਦਾ ਭਾਵ ਹੀ ਇਹ ਹੈ ਨਾ ਕਿ ਸੰਪੂਰਨਤਾ ਹੋਣੀ। ਇਹ ਹੁੰਦਾ ਹੈ ਕਿ ਭਾਈ ਸਹਿਜ ਪਾਠ ਦਾ ਭੋਗ ਹੈ, ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੈ, ਤਾਂ ਭਾਵ ਹੈ ਵੀ ਜੋ ਪਾਠ ਪ੍ਰਕਾਸ਼ ਹੈ ਉਹਦੇ ਸੰਪੂਰਨਤਾ ਉਚਾਰਨ ਸਹਿਤ ਪਾਠ ਪੜ੍ਹ ਕਰਕੇ ਜੋ ਸੰਪੂਰਨਤਾ ਹੋਣੀ ਹੈ, ਪਾਠ ਦੀ ਸੰਪੂਰਨਤਾ, ਇਹ ਭਾਵ ਸਮਝਣਾ ਕਿ ਗੁਰੂ ਮਹਾਰਾਜ ਤਾਂ ਸੰਪੂਰਨ ਹੈ ਨਾ ਆਪਣੇ ਆਪ ਵਿੱਚ। ਆਪਾਂ ਕੌਣ ਹੈ ਸੰਪੂਰਨ ਕਰਨ ਵਾਲੇ? ਇਹ ਤਾਂ ਆਪਾਂ ਪੜ੍ਹ ਕਰਕੇ ਜਿਹੜਾ ਪਠੰਤਰ ਕਰ ਰਹੇ ਹਾਂ ਉਸ ਤੋਂ ਸੰਪੂਰਨਤਾ ਉਸ ਦੀ। ਤੇ ਪਾਠ ਪਠੰਤਰ ਕਰਨ ਵਾਲੇ ਨੂੰ ਹੀ ਪਾਠੀ ਕਹਿੰਦੇ ਆ। ਜਿਹੜਾ ਪਾਠ ਨੂੰ ਪੜ੍ਹ ਰਿਹਾ ਹੈ ਉਹਨੂੰ ਤੇ ਪੜ੍ਹਨਾ ਹੁੰਦਾ। ਇਹ ਨਹੀਂ ਹੁੰਦਾ ਅੱਖਾਂ ਨਾਲ ਵੇਖ ਵੇਖ ਕੇ ਨਿਭਾਉਣਾ। ਤੇ ਹੁਣ ਤਾਂ ਕੰਮ ਕਈ ਜਗ੍ਹਾ ਤੇ ਹੋਰ ਚੱਲਿਆ। ਇਉਂ ਹੈ ਕਈ ਜਗ੍ਹਾ ਸੁਣਨ ਵਿੱਚ ਆਉਂਦਾ, ਉਹ ਕਹਿੰਦੇ ਜੀ ਦੱਸੋ ਬਾਣੀ ਬੋਲ ਕੇ ਪੜ੍ਹਨੀ ਹੈ ਕਿ ਕਿਵੇਂ? ਫਿਰ ਉਹੇ ਜੀ ਭੇਟਾ ਦੱਸਾਂਗੇ। ਦੇਖੋ ਇਹ ਇੱਕ ਬੇਸ਼ਰਮੀ ਹੈ। ਮਹਾਰਾਜ ਦਾ ਭਾਵਨਾ ਹੋਣੀ ਚਾਹੀਦੀ ਹੈ ਵੀ ਪਾਠ ਦਾ ਤਾਂ ਮਤਲਬ ਹੀ ਪਠੰਤਰ ਕਰਨਾ ਹੈ। ਤੇ ਇਹ ਕਿੱਥੇ ਲਿਖਿਆ ਹੈ ਵੀ ਅੱਡ ਅੱਡ ਭੇਟਾ ਹੋਣਗੀਆਂ? ਜੇ ਪਾਠ ਬੋਲ ਕੇ ਕਰਨਾ ਉਹਦੀ ਅੱਡ ਭੇਟਾ, ਚੁੱਪ ਕਰਕੇ ਦੀ ਅੱਡ ਹੈ। ਇਹ ਆਪਦੀਆਂ ਹੀ ਰੀਤੀਆਂ ਬਣਾ ਦੀਆਂ। ਇਸ ਕਰਕੇ ਕਿਉਂਕਿ ਉਹ ਭਾਵਨਾ ਰਹੀ ਨਹੀਂ। ਹੁਣ ਕੀ ਬਣ ਗਿਆ? ਹੁਣ ਤਾਂ ਬਸ ਸਾਰਾ ਸਾਡਾ ਹਾਲ ਮਾੜਾ ਹੀ ਹੈ। ਗੁਰੂ ਦੀ ਭਾਵਨਾ ਹੋਵੇ ਤਾਂ ਗੁਰਮੁਖੋ ਸਤਿਗੁਰੂ ਬੇਅੰਤ ਬਖਸ਼ਿਸ਼ਾਂ ਕਰ ਦਿੰਦਾ ਹੈ। ਗੁਰੂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿਓ, ਗੁਰੂ ਆਪਣੇ ਸਿੱਖ ਦੀ ਜੈ ਜੈਕਾਰ ਕਰਾਉਂਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਪੂਜਿਆ ਉਹਨਾਂ ਦੀ ਪੂਜਾ ਗੁਰੂ ਸਾਹਿਬ ਕਰਵਾ ਦਿੰਦੇ। ਸਾਰਾ ਜਗਤ ਚਾਹੇ ਉਹਦੇ ਵਿਰੁੱਧ ਹੋ ਜੇ, ਤੁਸੀਂ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪੇ ਹੀ ਜੈ ਜੈਕਾਰ ਕਰਾਵੇਗਾ। ਕਿੰਨੇ ਮਰਜੀ ਚਾਹੇ ਦੋਖੀ ਪੈਦਾ ਹੋ ਜਾਣ, ਪਰ ਗੁਰਮੁਖੋ ਸਾਡੇ ਅੰਦਰ ਭਾਵਨਾ ਨਹੀਂ ਰਹੀਆਂ। ਅਸੀਂ ਫੋਕਾ ਹੀ ਜੈ ਜੈਕਾਰਾਂ ਤਾਂ ਦੁਨੀਆ ਭਾਲਦੀ ਹੈ, ਭਾਵਨਾ ਹੋਣੀ ਚਾਹੀਦੀ ਹੈ। ਇਸ ਕਰਕੇ ਇਹ ਆਮ ਮੈਂ ਵੇਖਿਆ ਹੈ ਜਗਤ ਬਹੁਤ ਜਗ੍ਹਾ ਹੁੰਦਾ ਹੈ। ਬਾਬਾ ਬੁੱਢਾ ਜੀ ਦੇ ਨਾਂ ਤੇ ਗ੍ਰੰਥੀ ਸਭਾਵਾਂ ਬਣੀਆਂ ਹੋਈਆਂ, ਤੇ ਉਹ ਗੁਣ ਕਿੱਥੋਂ ਲਿਆਓਗੇ? ਇੱਥੇ ਜਦੋਂ ਵੀ ਹੋਊ ਕਈ ਜਗ੍ਹਾ ਤੇ ਹੁੰਦਾ ਹੈ ਤੇ ਉਹ ਮਹੀਨਾਵਾਰੀ ਮੀਟਿੰਗਾਂ ਰੱਖਦੇ ਆ, ਤੇ ਮੀਟਿੰਗ ਵਿੱਚ ਮੁੱਦੇ ਸਿਰਫ ਇਹੀ ਹੁੰਦੇ ਆ, ਫਲਾਣੇ ਪਾਠ ਦੀ ਇੰਨੀ ਭੇਟਾ, ਢਮਕਾਣੇ ਇੰਨੀ, ਇਹਦੇ ਇੰਨੀ, ਇਹਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਭਾਵ ਵਾਲੀ ਕੋਈ ਗੱਲ ਨਹੀਂ। ਇਸ ਕਰਕੇ ਜਿਹੜੇ ਚੰਗੇ ਨੇ ਉਹਨਾਂ ਨੂੰ ਨਮਸਕਾਰ ਹੈ, ਕਿਉਂਕਿ ਗੁਰੂ ਦੀ ਸੇਵਾ ਕਰਨ ਵਾਲਾ ਜਿਹੜਾ ਹੈ ਗੁਰਮੁਖੋ ਉਦੋਂ ਵੱਡੀ ਤਾਂ ਪਦਵੀ ਹੈ ਨਹੀਂ ਜਿਹਨੂੰ ਗੁਰੂ ਦੀ ਹਜ਼ੂਰੀ ਦੀ ਸੇਵਾ ਮਿਲ ਗਈ। ਉਹ ਤਾਂ ਸਭ ਤੋਂ ਸ੍ਰੇਸ਼ਟ ਹੈ। ਭਾਵਨਾ ਹੋਵੇ ਤਾਂ ਮਹਾਰਾਜ ਕਿਰਪਾ ਕਰਦਾ ਹੈ। ਗੁਰੂ ਤਾਂ ਤਿਲ ਜਿੰਨਾ ਵੀ ਘਾਲਿਆ ਗੁਰਮੁਖੋ ਕਦੇ ਗਵਾਉਂਦਾ ਨਹੀਂ। ਇਹ ਵੱਖਰੀ ਗੱਲ ਹੈ। ਸੰਸਾਰ ਜਿਹੜਾ ਹੈ ਉਹ ਤੁਹਾਡਾ ਐਵਜ ਰੱਖ ਸਕਦਾ ਹੈ, ਵੱਖਰੀ ਬਾਤ ਹੈ, ਪਰ ਗੁਰੂ ਸਾਹਿਬ ਕਦੇ ਵੀ ਨਹੀਂ ਗਵਾਉਂਦੇ। ਗੁਰੂ ਨੇ ਬਰਕਤਾਂ ਦੇ ਦੇਣੀਆਂ ਕਿਸੇ ਨਾ ਕਿਸੇ ਪਾਸੇ ਦੀ, ਮਹਾਰਾਜ ਨੇ ਸਭ ਕੁਝ ਬਖਸ਼ ਦੇਣਾ ਹੈ। ਤੇ ਇਹ ਜੈ ਜੈਕਾਰ ਸਤਿਗੁਰੂ ਦੀ ਕਿਰਪਾ ਨਾਲ ਹੋ ਜਾਣੀ। ਮਹਾਰਾਜ ਦੇ ਬਚਨ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸਾਰੀ ਦੁਨੀਆ ਵਿੱਚ ਛਪਾਉਣ ਦੀ ਕੋਸ਼ਿਸ਼ ਕਰੇ, ਭਗਤੀ ਕਰਨੀ ਸ਼ੁਰੂ ਕਰ ਦਿਓ, ਉਹ ਕਦੇ ਵੀ ਛਿਪੇਗਾ ਨਹੀਂ। ਕਿਉਂਕਿ ਜਿਹਨੂੰ ਰੱਬ ਪ੍ਰਗਟ ਕਰੇ ਉਹਨੂੰ ਦੁਨੀਆ ਚਾਹੇ ਲੱਖ ਛਪਾਵੇ ਤਾਂ ਵੀ।
ਗੁਰੂ ਮਹਾਰਾਜ ਆਪ ਹੀ ਸਭ ਕੁਝ ਕਰਨ ਕਰਾਉਣ ਵਾਲੇ ਆ। ਇਹ ਠੀਕ ਹੈ, ਆਪਣੀ ਭਾਵਨਾ ਨਹੀਂ ਵੱਜਦੀ ਹੈ। ਮੈਂ ਵੀ ਹਾਂ, ਕੋਈ ਵੀ ਹੈ, ਆਪਣੇ ਅੰਦਰ ਉਹ ਭਾਵਨਾ ਨਹੀਂ, ਇਸ ਕਰਕੇ ਆਪਾਂ ਗੁਰਮੁਖੋ ਫਿਰ ਖਾਲੀ ਰਹਿ ਜਾਂਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿਣ ਲੱਗੇ, ਹੋਤ ਸ਼ਬਦ ਕੇ ਚਤਰਥ ਪਦ ਸਭ ਕਰੇ ਤੀਨ ਇੱਕ ਸੇਸੋ ਹੈ ਅਬ। ਤੋ ਉਹ ਹੁਣ ਪਦਾ ਤੁਸੀਂ ਰਚੋ ਸੋ ਪਦ ਇੱਕ ਨਿਕਟ ਹਮਾਰੇ, ਪਾਵੋ ਸ਼ਬਦ ਭੋਗ ਮਤ ਤਾਰੇ। ਤਾਂ ਕਿ ਸ਼ਬਦ ਦੀ ਸੰਪੂਰਨਤਾ ਕਰੋ। ਜਿਸ ਕੋ ਜਗ ਮਹਿ ਸਿੱਖ ਕਨੇਰੇ, ਜਿਸ ਸ਼ਬਦ ਨੂੰ ਫਿਰ ਜਗਤ ਦੇ ਵਿੱਚ ਬੇਅੰਤ ਜੋ ਸਿੱਖ ਹਨ, ਪਠਹਿ ਸੁਨੈ ਮੁੱਦ ਪਾਏ ਬਨੇਰੇ। ਇਉਂ ਉਹ ਪੜਨ ਸੁਣਨ ਤੇ ਮੁੱਦ ਪਾਏ ਬਨੇਰੇ, ਖੁਸ਼ੀ ਪਾ ਉਹਨਾਂ ਦੇ ਅੰਦਰ ਪਾ ਪ੍ਰਾਪਤ ਕਰਕੇ ਬਣੀ ਰਹੇ। ਤੇ ਬਨੇਰੇ ਦੀ ਜਗ੍ਹਾ ਤੇ ਕਨੇਰੇ ਸ਼ਬਦ ਵੇਖ ਕੇ ਬਹੁਤ ਹੀ ਖੁਸ਼ੀ ਪ੍ਰਾਪਤ ਕਰਨ। ਸ੍ਰੀ ਅਰਜਨ ਸੁਨ ਕੈ ਤੇ ਸਮੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਸੁਣ ਕਰਕੇ ਉਸ ਸਮੇਂ ਰਚਿਓ ਸੋ ਪਦ ਪਿਤ ਕੋ ਕਰ ਨਮੋ। ਪਿਤਾ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਕੇ ਚੌਥਾ ਪਦਾ ਸ਼ਬਦ ਦਾ ਜੋ ਰਚ ਦਿੱਤਾ ਹੈ, ਸ੍ਰੀ ਮੁਖ ਵਾਕ। ਇਹ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮੁਖੋਂ ਵਾਕ ਹੈ। ਇੱਥੇ ਮਾਝ ਮਹੱਲਾ ਪੰਜਵਾਂ ਸਿਰਲੇਖ ਦਿੱਤਾ ਹੈ, ਪਰ ਉਹ ਸ਼ਬਦ ਦਾ ਗੁਰਮੁਖੋ ਚੌਥਾ ਪਦਾ ਹੈ, ਭਾਗ ਹੋਆ ਗੁਰ ਸੰਤ ਮਿਲਾਇਆ। ਬਾਬਾ ਬੁੱਢਾ ਜੀ ਨੂੰ ਸੰਤ ਪਦ ਨਾਲ ਇੱਥੇ ਸੰਬੋਧਨ ਕੀਤਾ ਹੈ। ਕਿਹਾ ਸਾਡੇ ਜਿਹੜੇ ਪੂਰਬਲੇ ਸ਼ੁਭ ਭਾਗ ਹੈ, ਉਹ ਭਾਗਾਂ ਦਾ ਸਮਾਂ ਭਾਗ ਉਹ ਸਮਾਂ ਪ੍ਰਗਟ ਹੋ ਗਿਆ, ਤਾਂ ਗੁਰ ਸੰਤ ਮਿਲਾਇਆ। ਜੋ ਸ਼ਾਂਤ ਆਤਮਾ ਬਾਬਾ ਬੁੱਢਾ ਜੀ ਨੇ ਸਾਨੂੰ ਸਾਡੇ ਪਿਤਾ ਗੁਰੂ ਨਾਲ ਮਿਲਾ ਦਿੱਤਾ। ਤੇ ਦੂਸਰਾ ਇਹਦਾ ਭਾਵ ਇਹ ਵੀ ਹੈ, ਭਾਗ ਹੋਆ ਗੁਰ ਸੰਤ ਮਿਲਾਇਆ। ਇਹ ਭਾਗ ਜਾਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਾਬਾ ਬੁੱਢਾ ਜੀ ਸੰਤ ਨੂੰ ਸਾਡੇ ਕੋਲ ਭੇਜਿਆ, ਸਾਨੂੰ ਲਿਆਉਣ ਦੇ ਵਾਸਤੇ ਉਹ ਮਿਲਾ ਦਿੱਤਾ। ਤੇ ਇਉਂ ਜਿਹੜਾ ਹੈ ਕਿਰਪਾ ਹੋਈ ਕਿ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆਏ। ਗੁਰੂ ਰਾਮਦਾਸ ਜੀ ਨੇ ਕਿਰਪਾ ਕਰਤੀ, ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਤਾਂ ਫਿਰ ਜੋ ਅਬਿਨਾਸੀ ਹੈ, ਅਬਿਨਾਸੀ ਦਾ ਭਾਵ ਹੈ ਜਿਹੜਾ ਵਿਸ਼ੇਸ਼ ਕਰਕੇ ਨਾਸ਼ ਨਹੀਂ ਹੁੰਦਾ, ਨਾਸ਼ ਤੋਂ ਰਹਿਤ ਹੈ, ਐਸਾ ਪਰਮੇਸ਼ਰ ਪ੍ਰਭ ਅਬਿਨਾਸੀ, ਉਹਦਾ ਹੀ ਸਰੂਪ ਹੈ ਭਾਈ ਸਤਿਗੁਰੂ। ਘਰ ਮਹਿ ਪਾਇਆ, ਉਹ ਅਸੀਂ ਘਰ ਦੇ ਵਿੱਚ ਹੀ ਪਿਤਾ ਸਰੂਪ ਵਿੱਚ ਪ੍ਰਾਪਤ ਕਰ ਲਿਆ। ਜਦ ਗੁਰੂ ਨੇ ਕਿਰਪਾ ਕਰਤੀ ਤੇ ਜਦੋਂ ਆਏ ਗੁਰਤਾ ਗੱਦੀ ਬਖਸ਼ਤੀ, ਜੋ ਅਵਿਨਾਸ਼ੀ ਬ੍ਰਹਮ ਪਰਮੇਸ਼ਰ ਹੈ ਹਿਰਦੇ ਘਰ ਵਿੱਚ ਹੀ ਪ੍ਰਾਪਤ ਹੋ ਗਿਆ। ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਪਿਤਾ ਸਤਿਗੁਰੂ ਜੀ, ਅਸੀਂ ਤਾਂ ਤੁਹਾਡੇ ਜਨ ਹਾਂ, ਤੁਹਾਡੇ ਦਾਸ ਹਾਂ, ਸੇਵਕ ਹਾਂ। ਐਸੀ ਸਾਡੇ ਤੇ ਮਿਹਰ ਕਰੋ ਕਿ ਅਸੀਂ ਸਦਾ ਤੁਹਾਡੀ ਸੇਵਾ ਕਰਦੇ ਰਹੀਏ, ਤੁਹਾਨੂੰ ਹੀ ਸੇਵ ਕਰੀ ਸਿਮਰਦੇ ਰਹੀਏ। ਪਲ ਚਸਾ ਨਾ ਵਿਛੜਾ, ਅਸੀਂ ਪਲ ਚਸਾ ਮਾਤਰ, ਪਲਕ ਝਬਕਣ ਮਾਤਰ ਵੀ, ਥੋੜਾ ਜਿਹਾ ਸਮਾਂ ਵੀ ਤੁਹਾਨੂੰ ਭੁੱਲੀਏ ਨਾ, ਤੁਸੀਂ ਸਾਤੋਂ ਵਿਸਰੋ ਨਾ ਚਿੱਤ ਵਿੱਚੋਂ। ਪਰਮੇਸ਼ਰ ਤਾਂ ਹੈ ਨਾ, ਫਰਕ ਇਹ ਹੈ ਕਿ ਸਾਡੇ ਅੰਦਰੋਂ ਵਿਸਰਿਆ ਹੋਇਆ ਸਾਨੂੰ, ਉਹ ਤਾਂ ਹਾਜ਼ਰ ਨਾਜ਼ਰ ਹੈ। ਇਸ ਤਰ੍ਹਾਂ ਸੇਵਾ ਕਰਦੇ ਰਹੀਏ। ਤੇ ਦਾਸ, ਅਸੀਂ ਤੁਹਾਡੇ ਸੇਵਕ ਦਾਸ ਹਾਂ। ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ।
ਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ, ਹੇ ਸਤਿਗੁਰੂ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ, ਅਸੀਂ ਤਾਂ ਤੁਹਾਡੇ ਦਾਸ ਸੇਵਕ ਹਾਂ। ਤੁਹਾਤੋਂ ਅਸੀਂ ਵਾਰਨੇ ਜਾਂਦੇ ਹਾਂ, ਹਿਰਦੇ ਕਰਕੇ ਵੀ, ਜੀਓ ਕਰਕੇ ਵੀ, ਸਾਰੀ ਜੀਵਨ ਜ਼ਿੰਦਗੀ ਕਰਕੇ ਵੀ ਵਾਰਨੇ ਜਾਂਦੇ ਹਾਂ। ਫਿਰ ਮਨ ਬਾਣੀ ਸਰੀਰ ਕਰਕੇ ਵੀ ਵਾਰਨੇ, ਜਨ ਨਾਨਕ ਦਾਸ ਤੁਮਾਰੇ ਜੀਓ। ਅਸੀਂ ਤਾਂ ਤੁਹਾਡੇ ਦਾਸ ਹਾਂ, ਅਸੀਂ ਤਾਂ ਤੁਹਾਡੇ ਸੇਵਕ ਹਾਂ। ਇਸ ਤਰ੍ਹਾਂ ਇਹ ਫਿਰ ਭਾਈ ਪਦਾ ਜਿਹੜਾ ਹੈ ਉਚਾਰਨ ਕੀਤਾ। ਚੌਪਈ ਸ੍ਰੀ ਗੁਰੂ ਰਾਮਦਾਸ ਸੁਨ ਹਰਖੇ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੁਣ ਕੇ ਬਹੁਤ ਪ੍ਰਸੰਨ ਹੋਏ। ਬਾਣੀ ਬਹੁਤ ਕਰਨਗੇ ਪਰਖੇ। ਇਹ ਪਰਖ ਲਿਆ ਕਿ ਬਹੁਤ ਬਾਣੀ ਰਚਣਗੇ ਇਹ। ਆਛੀ ਸਾਫ ਬਨਾਵਤ ਹੇਰੀ। ਜੋ ਚੰਗੀ ਤੇ ਸਾਫ ਬਨਾਵਤ ਬਾਣੀ ਕਿਵੇਂ ਬਣ ਰਹੀ ਹੈ ਉਹ ਵੇਖ ਲਈ। ਰਚੀ ਤੁਰਤ ਨਹਿ ਲਾਗ ਸਦੇਰੀ। ਕੋਈ ਦੇਰੀ ਨਹੀਂ ਲੱਗੀ ਹੈ। ਦੇਰੀ ਤਾਂ ਗੁਰਮੁਖ ਉੱਥੇ ਲੱਗਣੀ ਹੈ ਜਿੱਥੇ ਕੋਈ ਤੁਕਬੰਦੀ ਸੋਚਣੀ ਹੋਵੇ, ਕਿਸੇ ਵਿਸ਼ੇ ਦੇ ਉੱਤੇ ਸੋਚ ਕੇ, ਜਿਵੇਂ ਲਿਖਾਰੀ ਹੈ ਉਹ ਕੋਈ ਵਿਸ਼ਾ ਲਿਖਦੇ ਨੇ, ਤਿਆਰ ਕਰਦੇ ਆ ਚੈਪਟਰ ਆਪਦਾ, ਤੇ ਜਾਂ ਕੋਈ ਕਵਿਤਾ ਲਿਖਦਾ ਹੈ ਉਹ ਫਿਰ ਸੋਚਦਾ ਕਿਹੜੇ ਮੈਂ ਵਿਸ਼ੇ ਦੇ ਉੱਤੇ ਕਵਿਤਾ ਰਚਣੀ ਹੈ, ਤੇ ਫਿਰ ਉਹਨੂੰ ਰਚਦਾ ਹੈ। ਉਹਨੂੰ ਵੇਖ ਵੇਖ ਕੇ ਕਿ ਸ਼ਬਦਾਵਲੀ ਕੀ ਹੈ, ਕਿਵੇਂ ਉਚਾਰਨੀ ਹੈ, ਇਹਦਾ ਕੀ ਖਿਆਲ ਰੱਖਣਾ ਹੈ, ਸਾਰਾ ਇਹ ਤਾਂ ਹੁਣ ਧੁਰੋਂ ਆਈ ਬਾਣੀ ਹੈ। ਤਾਂ ਪ੍ਰਗਟ ਜਿਵੇਂ ਝਰਨਾ ਚੱਲਦਾ ਇਉਂ ਚੱਲਦੀ ਹੈ। ਇੱਕ ਹੁੰਦੀ ਹੈ ਬੁੱਧੀ ਦੇ ਤਲ ਦੀ ਰਚਨਾ। ਬੁੱਧੀ ਨੇ ਆਪਦਾ ਜ਼ੋਰ ਲਾਇਆ ਤੇ ਬੁੱਧੀ ਬਲ ਨਾਲ ਕੁਝ ਲਿਖਤਾ, ਉਹਨੂੰ ਫਿਰ ਸਮਾਜ ਕਹਿੰਦਾ ਵੀ ਫਲਾਣਾ ਬੁੱਧੀਜੀਵੀ ਹੈ। ਬੁੱਧੀਜੀਵੀ ਭਾਵ ਉਹ ਜਿਹਨੇ ਬੁੱਧੀ ਦੇ ਤਲ ਨਾਲ ਸੰਸਾਰ ਨੂੰ ਗਿਆਨ ਦਿੱਤਾ। ਇੱਕ ਉਹ ਹੈ ਜਿਹੜਾ ਅੰਤਰੀਵ ਹੈ। ਇਸ ਕਰਕੇ ਜਿਹੜੀ ਗੁਰਬਾਣੀ ਹੈ ਨਾ, ਇਹ ਬੁੱਧੀਜੀਵੀਆਂ ਦਾ ਵਿਸ਼ਾ ਨਹੀਂ, ਇਹ ਗੁਰਮੁਖਾਂ ਦਾ ਵਿਸ਼ਾ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਤਾਂ ਨਹੀਂ ਕਿਹਾ ਵੀ ਕੋਈ ਬੁੱਧੀਜੀਵੀ ਹੋਵੇ ਉਹੀ ਬਾਣੀ ਵਿਚਾਰ, ਨਹੀਂ, ਗੁਰਮੁਖ। ਪੜਿਆ ਅਨਪੜਿਆ ਪਰਮਗਤ ਪਾਵੈ। ਜਿਹੜਾ ਗੁਰਮੁਖ ਹੈ, ਜਿਹਦੇ ਅੰਦਰ ਗੁਰਮੁਖਤਾ ਹੀ ਆ ਗਈ, ਬ੍ਰਾਹਮਣ ਭੇਦ ਹੋਇਆ ਤੇ ਮਾਲਕ ਦੀ ਕਿਰਪਾ ਹੋਈ, ਬੰਦਗੀ ਕੀਤੀ, ਉਹ ਫਿਰ ਬਾਣੀ ਨੂੰ ਜਿਹੜਾ ਵਿਚਾਰਦਾ। ਤੇ ਦੇਖੋ ਜਿਹੜੇ ਗੁਰਮੁਖ ਰੂਹਾਂ ਸੀ ਉਹਨਾਂ ਨੇ ਐਸੇ ਟੀਕੇ ਕੀਤੇ ਗੁਰਬਾਣੀ ਦੇ ਕਿ ਦੁਨੀਆ ਵੇਖ ਕੇ ਹੈਰਾਨ ਰਹਿ ਜਾਂਦੀ ਐ। ਐਸੀ ਅਨੁਭਵੀ ਬਾਤਾਂ, ਐਸੇ ਅਰਥ ਗੁਰਮੁਖ ਜਨ ਕਰਦੇ। ਤੇ ਵਰਨਾ ਜਿਹੜਾ ਬੁੱਧੀ ਦੇ ਤਲ ਤੇ ਹੈ, ਫਿਰ ਬੁੱਧੀ ਤਾਂ ਹੁਣ ਇੱਕੋ ਹੀ ਗੱਲ ਕਹਿ ਸਕਦੀ ਹੈ। ਜਿਹੜੇ ਬੁੱਧੀਜੀਵੀ ਹੈ, ਫਿਰ ਬੁੱਧੀ ਤਲ ਤੇ ਬਾਣੀ ਨੂੰ ਵਿਚਾਰਦੇ, ਉਹਨਾਂ ਨੇ ਰੌਲਾ ਪਾਉਣਾ, ਉਹ ਜੀ ਫਲਾਣੇ ਤਾਂ ਇੱਕ ਤੁਕ ਦੇ ਇੰਨੇ ਅਰਥ ਕਰ ਦਿੰਦਾ ਹੈ, ਉਹਨੇ ਫਲਾਣੇ ਨੇ ਐਂ ਕਰਤਾ, ਇੱਕੋ ਤੁਕ ਦੇ ਇੱਕੋ ਹੀ ਅਰਥ ਹੋ ਸਕਦੇ ਹੈ। ਇਹ ਸਾਰੀਆਂ ਬੁੱਧੀ ਦੀਆਂ ਗੱਲਾਂ ਨੇ। ਇੱਕ ਗੱਲ ਦੇ ਇੱਕੋ ਹੀ ਅਰਥ ਹੋਣਗੇ ਜੀ। ਲੇਕਿਨ ਜਦੋਂ ਅਨੁਭਵਤਾ ਦੀ ਬਾਤ ਗੁਰਮੁਖਤਾਈ ਦੀ ਹੈ, ਉੱਥੇ ਫਿਰ ਕੋਈ ਬੰਦੇਜ ਨਹੀਂ ਰਹਿੰਦਾ। ਤੇ ਇਸ ਕਰਕੇ ਬੁੱਧੀਜੀਵੀ ਆਪਣੇ ਬੁੱਧ ਤਲ ਤੇ ਸੋਚਦਾ ਹੈ। ਇਹ ਤਾਂ ਰੂਹਾਨੀਅਤ ਬਾਤਾਂ ਨੇ, ਅਨੁਭਵ ਦੀਆਂ ਬਾਤਾਂ, ਬੰਦਗੀ ਦੀਆਂ ਗੱਲਾਂ ਨੇ। ਤੇ ਫਿਰ ਉਹ ਤਾਲਮੇਲ ਬਹਿੰਦਾ ਨਹੀਂ ਹੈ ਬੰਦਗੀ ਗੁਰਮੁਖ ਦੇ ਵਿੱਚ ਤੇ ਬੁੱਧੀਜੀਵੀ 'ਚ ਕਦੇ ਤਾਲਮੇਲ ਨਹੀਂ ਬਹਿੰਦਾ। ਤੇ ਹੁਣ ਬੁੱਧੀਜੀਵੀ ਬਹੁਤ ਨੇ, ਇਸ ਕਰਕੇ ਰੌਲੇ ਗੋਲੇ ਵੀ ਬਹੁਤ ਹਨ। ਸ੍ਰੀ ਗੁਰੂ ਰਾਮਦਾਸ ਸੁਨ ਹਰਖੇ। ਬਾਣੀ ਬਹੁਤ ਕਰਨਗੇ ਪਰਖੇ। ਪਰਖ ਲਿਆ ਅੱਛੀ ਸਾਫ ਬਨਾਵਤ ਹੇਰੀ। ਰਚੀ ਤੁਰਤ ਨਹਿ ਲਾਗ ਸਦੇਰੀ। ਇਹਨਾਂ ਨੇ ਤੁਰੰਤ ਰਚਨਾ ਕਰ ਦਿੱਤੀ, ਕੋਈ ਦੇਰੀ ਨਹੀਂ ਲੱਗੀ ਹੈ। ਸ੍ਰੀ ਮੁਖ ਤੇ ਸੁਤ ਕੋ ਫੁਰਮਾਇਬ। ਫਿਰ ਆਪਣੇ ਸੁਹਾਏਮਾਨ ਮੁਖ ਤੋਂ ਪੁੱਤਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਗੁਰੂ ਰਾਮਦਾਸ ਜੀ ਨੇ ਬਚਨ ਕਹੇ। ਸਹਿਤ ਨਿਮਰਤਾ ਸ਼ਬਦ ਬਨਾਇਬ। ਕਿ ਨਿਮਰਤਾ ਸਹਿਤ ਜਿਹੜਾ ਹੈ ਸ਼ਬਦ ਬਣਾਉਣਾ ਹੈ। ਜਿਸ ਕੋ ਪਾਠ ਸੁਣ ਕਰੈ ਹੈ ਵਿਚਾਰਨ। ਐਸਾ ਸ਼ਬਦ ਜਿਹਨੂੰ ਪੜ੍ਹ ਕੇ ਸੁਣ ਕੇ
ਔਰ ਕੋਈ ਵਿਚਾਰ ਕਰੇ। ਹਰੇ ਹੰਕਾਰ ਸਮੇਤ ਵਿਕਾਰਨ, ਜਿਹੜਾ ਵਿਕਾਰਾਂ ਦੇ ਸਮੇਤ ਹੰਕਾਰ ਨੂੰ ਵੀ ਨਾਸ਼ ਕਰ ਦੇਵੇ। ਹਾਥ ਜੋੜ ਪਿਤ ਤੇ ਸੁਨ ਬਾਣੀ, ਹੱਥ ਜੋੜੇ ਪਿਤਾ ਤੋਂ ਇਹ ਬਚਨ ਸੁਣ ਕੇ। ਅਤ ਅਧੀਨ ਹੋਏ ਬੰਧਨ ਠਾਨੀ, ਬਹੁਤ ਹੀ ਅਧੀਨਗੀ ਵਿੱਚ ਹੋ ਕੇ ਬੰਦਨਾ ਕੀਤੀ ਹੈ। ਕਰਨ ਕਰਾਵਨ ਤੁਮ ਹੀ ਅਹੋ, ਕਿ ਹੇ ਗੁਰੂ ਰਾਮਦਾਸ ਪਿਤਾ ਸਤਿਗੁਰੂ ਤੁਸੀਂ ਕਰਨ ਕਰਾਵਨ ਸਭ ਕੁਝ ਹੋ। ਮੋਹ ਅਨੁਸਾਰ ਸਦਾ ਜਿਮ ਕਹੋ, ਮੈਂ ਤਾਂ ਉਸੇ ਅਨੁਸਾਰ ਹੀ ਹਾਂ ਹਮੇਸ਼ਾ ਜਿਵੇਂ ਵੀ ਤੁਸੀਂ ਬਚਨ ਕਹੋ। ਸੁਨ ਸ੍ਰੀ ਰਾਮਦਾਸ ਕੁਲ ਟੀਕਾ, ਤਾਂ ਇਹ ਸੁਣ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਕੁਲ ਦੇ ਟੀਕਾ। ਸ੍ਰੀ ਅਰਜਨ ਸੰਗ ਭਾਖਿਓ ਨੀਕਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਫਿਰ ਇਹ ਉੱਤਮ ਬਚਨ ਚੰਗਾ ਸ਼ੁਭ ਬਚਨ ਕਹੇ ਹਨ। ਗੂਜਰੀ ਮਹੱਲਾ ਚੌਥਾ, ਗੂਜਰੀ ਰਾਗ ਹੈ। ਚੌਥੇ ਪਾਤਸ਼ਾਹ ਜੀ ਨੇ ਫਿਰ ਇਹ ਸ਼ਬਦ ਉਚਾਰਿਆ ਤੇ ਸੰਤ ਰੇਣ ਜੀ ਨੇ ਇੱਕ ਪੰਗਤੀ ਦਿੱਤੀ ਹੈ। ਅੰਮ੍ਰਿਤ ਸਰ ਸਤ ਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋ ਹੈ। ਇਹ ਮਹਾਰਾਜ ਨੇ ਬਚਨ ਕਹੇ ਕਿ ਜੋ ਅੰਮ੍ਰਿਤ ਸਰੋਵਰ ਹੈ ਸਤਗੁਰ ਸਤਵਾਦੀ, ਉਹ ਸਤਿਗੁਰੂ ਹੀ ਹੈ। ਸਤ ਸਰੂਪ, ਜਿਸ ਅੰਮ੍ਰਿਤ ਸਰੋਵਰ ਵਿੱਚ ਜਿਤ ਨਹਾਤੈ ਕਊਆ ਹੰਸ ਹੋ ਹੈ, ਜਿਹਦੇ ਵਿੱਚ ਨਹਾ ਕਰਕੇ ਕਾਂ ਵੀ ਹੰਸ ਬਣ ਜਾਂਦਾ ਹੈ। ਇਹ ਗੁਰਮੁਖੋ ਸ੍ਰੀ ਅੰਮ੍ਰਿਤ ਸਰੋਵਰ ਦੇ ਪ੍ਰਥਾਏ ਮਹਾਰਾਜ ਨੇ ਬਚਨ ਕਹੇ। ਹਾਂ, ਇਹਦੇ ਭਾਵ ਅਰਥ ਅੱਗੇ ਹੋਰ ਵੀ ਨੇ ਕਿ ਸਤਿਗੁਰੂ ਜੋ ਹੈ ਸਤ ਸਰੂਪ ਦਾ ਹੀ, ਬ੍ਰਹਮ ਦਾ ਹੀ ਸਰੂਪ ਹੈ ਤੇ ਸਤਿਗੁਰੂ ਅੰਮ੍ਰਿਤ ਸਰੋਵਰ ਵਤ ਹੈ। ਜਿਹੜੇ ਵੀ ਭਾਈ ਸਤਿਗੁਰੂ ਦੇ ਸਾਧ ਸੰਗਤ ਵਿੱਚ ਇਸ਼ਨਾਨ ਕਰ ਲੈਂਦੇ ਆ, ਉਹ ਕਾਂ ਤੋਂ ਹੰਸ ਬਣ ਜਾਂਦੇ ਨੇ। ਕਾਂ ਬਿਰਤੀ ਕੀ ਹੁੰਦੀ ਹੈ? ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਕਾਂ ਨੇ ਗੰਦਗੀ ਤੇ ਬਹਿਣਾ, ਕਰੰਗ ਤੇ ਬਹਿਣਾ, ਤੇ ਹੰਸ ਦਾ ਬਿਰਤੀ ਹੈ ਜਿਵੇਂ ਹੰਸ ਹੀਰੇ ਮੋਤੀ ਚੁਗਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਆ ਜਾਂਦੇ, ਉਹਨਾਂ ਦੀ ਕਾਂ ਬਿਰਤੀ ਬਦਲ ਕੇ ਹੰਸਾਂ ਵਾਲੀ ਬਿਰਤੀ ਬਣ ਜਾਂਦੀ ਹੈ। ਤੇ ਇਹ ਜਿਹੜਾ ਸ਼ਬਦ ਹੈ ਇਹ ਅੰਮ੍ਰਿਤ ਸਰੋਵਰ ਵਾਸਤੇ ਵੀ ਮਹਾਰਾਜ ਨੇ, ਗੁਰੂ ਰਾਮਦਾਸ ਜੀ ਨੇ ਬਚਨ ਕਹੇ ਕਿ ਹੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਹਾ, ਸੁਦਾ ਸਰੋਵਰ ਮੋਰ ਸਰੀਰ, ਕਿ ਜੋ ਅੰਮ੍ਰਿਤ ਸਰੋਵਰ ਹੈ ਇਹ ਪੁੱਤਰ ਜੀ ਮੇਰਾ ਸਰੀਰ ਹੈ। ਤਿਸ ਕੀ ਟਹਿਲ ਕਰੋ ਮਤ ਧੀਰ, ਐ ਮਤ ਦੇ ਧੀਰਜਵਾਨ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਹਾ ਕਿ ਹੁਣ ਉਸ ਦੀ ਤੁਸੀਂ ਟਹਿਲ ਸੇਵਾ ਉਹ ਕਰਨੀ ਤੇ ਕਰਾਉਣੀ ਹੈ। ਜਗ ਮਹਿ ਵੱਡੋ ਹੋਏ ਬਖਿਆਤਾ, ਜੋ ਜਗਤ ਦੇ ਵਿੱਚ ਬਹੁਤ ਵੱਡਾ ਪ੍ਰਤੱਖ ਪ੍ਰਗਟ ਹੋਵੇਗਾ। ਮੁਕਤ ਭੁਗਤ ਸੰਗਤ ਕੋ ਦਾਤਾ, ਜੋ ਸੰਗਤਾਂ ਨੂੰ ਮੁਕਤੀ ਤੇ ਭੁਗਤੀ, ਮੁਕਤੀ ਪ੍ਰਲੋਕ, ਮੁਕਤੀ ਬ੍ਰਹਮ ਦਾ ਮਿਲਾਪ ਤੇ ਭੁਗਤੀ ਸੰਸਾਰ ਦੇ ਪਦਾਰਥ ਭੋਗ ਮੋਖ, ਦੋਨੇ ਸੰਗਤ ਨੂੰ ਬਖਸ਼ਣ ਵਾਲਾ ਦਾਤਾ ਹੈ। ਸ੍ਰੀ ਅਕਾਲ ਸਤਿਗੁਰ ਕੀ ਆਇਸ, ਤੇ ਇਉਂ ਇਹ ਸ੍ਰੀ ਅਕਾਲ ਸਤਿਗੁਰ, ਇਹ ਅਕਾਲ ਪੁਰਖ ਪਰਮੇਸ਼ਰ ਸਰੂਪ ਸਤਿਗੁਰੂ ਦੀ ਆਗਿਆ ਹੈ। ਖਨਿਓ ਕੁਛਕ ਪੁਨ ਰਹਿਓ ਸੋ ਤਾਇਸ, ਕਿ ਸਾਨੂੰ ਪਰਮੇਸ਼ਰ ਅਕਾਲ ਪੁਰਖ ਤੇ ਉਹਨਾਂ ਦਾ ਹੀ ਸਰੂਪ ਗੁਰੂ ਅਮਰਦਾਸ ਜੀ ਨੇ ਆਗਿਆ ਕੀਤੀ। ਖਨਿਓ ਕਛਕ ਪੁਨ ਰਹਿਓ ਸੋ ਤਾਇਸ, ਅਸੀਂ ਕੁਝ ਕੁ ਜਿਹੜਾ ਸਰੋਵਰ ਹੈ ਉਹਦੀ ਖੁਦਾਈ ਕਰਵਾਈ ਹੈ, ਬਾਕੀ ਉਹ ਅਜੇ ਰਹਿੰਦਾ ਹੈ। ਹਮ ਪਾਛੇ ਪੂਰਨ ਕਰਵਾਵੋ, ਸਾਡੇ ਤੋਂ ਬਾਅਦ ਤੁਸੀਂ ਉਹ ਸਾਰਾ ਸੰਪੂਰਨ ਕਰਾਉਣਾ ਹੈ। ਤਨ ਮਨ ਧਨ ਸਭ ਤਿਸ ਪਰ ਲਾਵੋ, ਪੂਰੇ ਤਨ ਮਨ ਧਨ ਦੇ ਨਾਲ ਸਾਰਾ ਜਿਹੜਾ ਹੈ ਜ਼ੋਰ ਸ਼ਕਤੀ ਪਹਿਲਾਂ ਉਹਨੂੰ ਤਿਆਰ ਕਰਨ ਤੇ ਲਾਉਣੀ ਹੈ, ਇਹ ਕਾਰਜ ਕਰਨਾ ਹੈ।
ਚੌਦਿਸ ਤੇ 100 ਪਾਨ ਬਣਾਵੋ, ਤੇ ਚਾਰੇ ਪਾਸੇ ਤੋਂ ਪੌੜੀਆਂ ਬਣਾਓ। ਜਿਹੜੇ ਇਹ ਵੀ ਮਰਜ਼ਾਦਾ ਦੇਖੋ, ਆਮ ਜੋ ਕੋਈ ਵੀ ਦੁਨੀਆ ਬਣਾਵੇ ਪੌੜੀ ਇੱਕ ਪਾਸੇ ਬਣਾ ਸਕਦੇ ਆ, ਅੰਦਰ ਜਾਣ ਨਹੀਂ, ਪਰ ਇਹ ਸਰੋਵਰ ਦੀ ਮਰਜ਼ਾਦਾ ਹੈ ਕਿ ਇਹਦੇ ਚਾਰੇ ਪਾਸੇ ਹੀ ਪੌੜੀਆਂ ਬਣਦੀਆਂ ਨੇ, ਉਹ ਤੁਸੀਂ ਬਣਾਉਣੀਆਂ ਹਨ। ਮੱਧ ਸੋ ਹਰਮੰਦਰ ਉਸਰਾਵੋ, ਤੇ ਵਿਚਕਾਰ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਉਣੀ ਹੈ। ਆ ਹੁਣ ਜਿਵੇਂ ਬਹੁਤ ਇਸ ਗੱਲ ਤੇ ਵੀ ਟੀਕਾ ਟਿੱਪਣੀ ਹੈ ਕਿ ਹਰਮੰਦਰ ਸਾਹਿਬ ਨਹੀਂ ਕਹਿਣਾ ਜੀ, ਦਰਬਾਰ ਸਾਹਿਬ ਹੀ ਕਹਿਣਾ ਹੈ, ਕਿ ਅਖੇ ਹਰੀ ਮੰਦਰ ਕਹਿਣ ਦੇ ਨਾਲ ਮੰਦਰ ਸ਼ਬਦ ਆ ਜਾਂਦਾ। ਮੰਦਰ ਦਾ ਅਰਥ ਤਾਂ ਘਰ ਹੈ, ਇਹਦਾ ਅਰਥ ਤਾਂ ਜੇ ਆਪਾਂ ਕਰੀਏ ਤਾਂ ਘਰ ਹੈ ਨਾ ਸਿੱਧਾ। ਵੀ ਆਪਾਂ ਵੀ ਕਹਿ ਸਕਦੇ ਹਾਂ, ਆਪਾਂ ਕਹਿੰਦੇ ਕਿੱਥੇ ਹੈ ਭਾਈ ਤੇਰਾ ਮੰਦਰ, ਮੰਦਰ ਦਾ ਅਰਥ ਘਰ ਹੈ। ਇਹ ਉਹ ਮੰਦਰ ਹੈ ਜਿਹੜਾ ਹਰੀ ਦਾ ਘਰ ਹੈ, ਉਹ ਰੱਬ ਦਾ ਘਰ ਹੈ। ਇਸ ਕਰਕੇ ਰੱਬ ਦੇ ਘਰ ਵਿੱਚ ਉਹ ਦਰਬਾਰ ਸਜਦਾ। ਦਰਬਾਰ ਕੀ ਹੈ? ਜਿੱਥੇ ਫਿਰ ਸੰਗਤ ਸਜਣ ਲੱਗ ਜੇ ਤਾਂ ਆਪਾਂ ਕਹਿੰਦੇ ਗੁਰੂ ਦਾ ਦਰਬਾਰ ਸਜਿਆ ਹੋਇਆ ਹੈ, ਇਹ ਗੁਰੂ ਦਾ ਦਰਬਾਰ ਹੈ, ਹਰੀ ਦਾ ਮੰਦਰ। ਤੇ ਕਹਿੰਦੇ ਦਰਬਾਰ ਤਾਂ ਗੁਰਮੁਖੋ ਸਾਰਾ ਦਰਬਾਰ ਸਾਹਿਬ ਹੈ ਏਰੀਆ, ਕਿਉਂਕਿ ਸਾਰੇ ਸੰਗਤ ਸਜਦੀ ਹੈ। ਜਿਵੇਂ ਆਪਾਂ ਇਹ ਗੱਲ ਕਹਿੰਦੇ ਵੀ ਗੁਰੂ ਸਾਹਿਬ ਜੀ ਦਰਬਾਰ ਦੇ ਵਿੱਚ ਹਾਜ਼ਰ ਹੋ ਗਏ ਜੀ, ਗੁਰੂ ਸਾਹਿਬ ਦੇ ਦਰਬਾਰ ਹਾਲ ਵਿੱਚ ਆਪਾਂ ਬੈਠੇ ਹਾਂ। ਇਹ ਸ਼ਬਦ ਕੋਈ ਮਾੜੇ ਨਹੀਂ, ਦਰਬਾਰ ਸਾਹਿਬ ਹੈ, ਹਰਮੰਦਰ ਸਾਹਿਬ ਹੈ, ਪਰ ਹੁਣ ਬਾਲ ਦੀ ਖੱਲ ਲਾਉਣੀ ਸ਼ੁਰੂ ਕਰਤੀ, ਐ ਨਹੀਂ ਐ ਕਹਿਣਾ, ਐ ਨਹੀਂ ਐ। ਜੇ ਕਿਤੇ ਹੁਣ ਕੋਈ ਵੀ ਸ਼ਬਦ ਹੈ, ਕੱਲ ਨੂੰ ਕੋਈ ਉੱਠੂਗਾ ਕਹੂਗਾ ਨਾ ਜੀ ਦਰਬਾਰ ਵੀ ਹਿੰਦੂਆਂ ਦਾ ਸ਼ਬਦ ਹੈ, ਕਿ ਉਹ ਤਾਂ ਨਾਰੇ ਹੀ ਇਹ ਲਾਉਂਦੇ ਨੇ ਮਾਤਾ ਦਾ ਦਰਬਾਰ ਫਲਾਣਾ, ਤਾਂ ਫਿਰ ਉਹ ਤਾਂ ਫੇਰ ਕੱਲ ਨੂੰ ਕਹਿਣਗੇ ਵੀ ਐਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਵਿੱਚ ਸ਼ਬਦ ਜਿਹੜੇ ਬਾਣੀ 'ਚ ਸਾਰੇ ਆਏ ਆ, ਬ੍ਰਹਮ ਪਰਮਾਤਮਾ ਦੇ ਪ੍ਰਥਾਏ ਆ। ਤੋ ਇਸ ਕਰਕੇ ਇਹ ਵੀ ਕਿਸੇ ਗੱਲ ਦਾ ਮੁੱਦਾ, ਜਦੋਂ ਅਸਲ ਵਿੱਚ ਵਿਹਲੀ ਆ ਦੁਨੀਆ, ਕੰਮ ਕੋਈ ਨਹੀਂ, ਨਾ ਸਿਮਰਨ ਕਰਨਾ, ਨਾ ਬੰਦਗੀ ਕਰਨੀ, ਨਾ ਸੇਵਾ ਕਰਨੀ, ਨਾ ਕੁਛ ਹੋਰ ਕਰਨਾ, ਅੰਮ੍ਰਿਤ ਵੇਲੇ ਉੱਠਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਆਹੀ ਕੰਮ ਰਹਿ ਗਿਆ। ਆਏ ਨਹੀਂ ਆਏ, ਆਏ ਕਿਉਂ ਹੈ, ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਹੁਣ ਕਹਿੰਦੇ ਜੀ ਤਾਂ ਬਾਅਦ ਚ ਚੱਲਿਆ। ਤੇ ਆਲੂ ਪੁਰਾਤਨ ਇਤਿਹਾਸ ਇਹਨਾਂ ਦੇ ਵਿੱਚ ਲਿਖਿਆ ਹੋਇਆ, ਮੱਧ ਸੋ ਹਰਮੰਦਰ ਉਸਰਾਵੋ, ਵਿਚਾਲੇ ਤੁਸੀਂ ਹਰੀ ਮੰਦਰ ਦੀ ਉਸਾਰੀ ਕਰਵਾਉਣੀ ਹੈ। ਮਮ ਆਗਿਆ ਇਹੋ ਧਾਰੋ ਮਨ ਮਹਿ, ਮੇਰੀ ਆਗਿਆ ਨੂੰ ਇਹ ਤੁਸੀਂ ਮਨ ਦੇ ਵਿੱਚ ਧਾਰਨਾ ਹੈ। ਨਿਤ ਪ੍ਰਤ ਰਹੀਐ ਰਚਨ ਜਤਨ ਮਹਿ, ਨਿਤਾ ਪ੍ਰਤੀ ਹਾਰੋ ਤੁਸੀਂ ਉਹਦੀ ਰਚਨਾ, ਉਹਨੂੰ ਬਣਾਉਣ ਦੇ ਯਤਨ ਕਰਨੇ ਹਨ। ਸੁਨ ਸ੍ਰੀ ਅਰਜਨ ਹੋ ਕਰ ਜੋਰ, ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਥ ਜੋੜੇ ਹਨ। ਕਰਨ ਕਰਾਵਨ ਮੈਂ ਤੁਮ ਜੋਰ, ਕਹਿਣ ਲੱਗੇ ਜੀ ਤੁਹਾਡੇ ਜੋਰ ਨਾਲ ਹੀ ਮੈਂ ਇਹ ਸਾਰਾ ਕੁਝ ਕਰਾਵਾਂਗਾ। ਨਿਮਿਤ ਮਾਤਰ ਮੈਂ ਰਹਿ ਹੋ ਮਾਹੀ, ਕਰਨ ਕਰਾਵਨ ਮੈਂ ਤੁਮ ਜੋਰ, ਕਰਨ ਕਰਾਉਣ ਵਿੱਚ ਤਾਂ ਤੁਹਾਡਾ ਹੀ ਜੋਰ ਹੈ। ਨਿਮਿਤ ਮਾਤਰ ਮੈਂ ਰਹਿ ਹੋ ਮਾਹੀ, ਮੈਂ ਤਾਂ ਨਿਮਿਤ ਮਾਤਰ, ਜਿਵੇਂ ਨਿਤ ਨਿਮਿਤ ਇਸ ਤਰ੍ਹਾਂ ਸ਼ਬਦ ਆਉਂਦੇ ਕਿ ਅਸੀਂ ਤਾਂ ਉਹਦੇ ਵਿੱਚ ਨਿਮਿਤ ਮਾਤਰ ਰਹਿਣਾ ਹੈ। ਭਾਵ ਇੱਕ ਜਿਵੇਂ ਆਪਾਂ ਸਾਧਨ ਬਣ ਕੇ ਰਹਿਣਾ ਹੈ। ਮਹਾਰਾਜ ਨੇ ਬਚਨ ਕਹੇ, ਪ੍ਰਾਨ ਹੋਤ ਲਗ ਸੇਵਉ ਤਾਹੇ। ਹੇ ਪਿਤਾ ਸਤਿਗੁਰੂ ਜੀ, ਪ੍ਰਾਣ ਜਿੰਨਾ ਸਾਡੇ ਰਹੇ ਅਸੀਂ ਉਹਦੀ ਸੇਵਾ ਕਰਾਂਗੇ। ਰਹੋ ਰਚਨ ਪਰਦਾਸ ਤੁਮਾਰੋ, ਤੋ ਇਸ ਤਰ੍ਹਾਂ ਮੈਂ ਤਾਂ ਹਮੇਸ਼ਾ ਹੀ ਤੁਹਾਡਾ ਦਾਸ ਬਣ ਕੇ ਰਹਾਂਗਾ, ਉਹਦੀ ਰਚਨਾ ਉਹ ਸੇਵਾ ਕਰਵਾਵਾਂਗਾ। ਹੋ ਸਹਾਇਕ ਆਪ ਸੰਵਾਰੋ, ਪਿਤਾ ਸਤਿਗੁਰੂ ਸੱਚੇ ਪਾਤਸ਼ਾਹ, हे ਗੁਰੂ ਰਾਮਦਾਸ ਜੀ, ਤੁਸੀਂ ਆਪ ਹੀ ਸਹਾਇਕ ਹੋ ਕੇ ਆਪ ਹੀ ਸਭ ਸਵਾਰਨਾ ਹੈ ਕਾਰਜ। ਇਮ ਸੁਨ ਕਰ ਸਤਿਗੁਰ ਪ੍ਰਸੰਨੇ, ਇਹ ਸੁਣ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਸੰਨ ਹੋਏ। ਕਹਿਓ ਹੋ ਸਭ ਲਾਇਕ ਧੰਨੇ, ਕਿਹਾ ਤੁਸੀਂ ਸਭ ਤਰ੍ਹਾਂ ਕਰਕੇ ਲਾਇਕ ਹੋ, ਧੰਨ ਹੋ। ਪੁਨ ਉਤਸ਼ਾਹਿ ਕਰਾਇਓ ਸਤਿਗੁਰ,
ਫਿਰ ਗੁਰੂ ਰਾਮਦਾਸ ਜੀ ਨੇ ਵੱਡਾ ਉਤਸਵ ਕਰਾਇਆ ਹੈ। ਬਟਿਓ ਤਿਹਾਵਲ ਛਕ ਹਰਖੇ ਔਰ। ਫਿਰ ਭਾਈ ਤਿਹਾਵਲ ਕੜਾਹ ਪ੍ਰਸਾਦ ਵਰਤਾਇਆ, ਛਕ ਕੇ ਸਾਰੇ ਪ੍ਰਸੰਨ ਹੋਏ। ਤੇ ਪਾਛੇ ਸਭ ਦੇਗ ਅਚਾਈ। ਉਪਰੰਤ ਉਸ ਤੋਂ ਬਾਅਦ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਹੈ। ਜੋ ਤ੍ਰਿਤੀਏ ਗੁਰ ਕੀ ਸੁਖਦਾਈ। ਜੋ ਤੀਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਦੀ ਰੀਤੀ ਮਰਜ਼ਾਦਾ ਚਲਾਈ। ਦਿਨ ਮਧਿਆਨ ਸਮੋਂ ਜਬ ਆਇਓ। ਜਦੋਂ ਭਾਈ ਦੁਪਹਿਰ ਦਾ ਸਮਾਂ, ਮੱਧ ਸਮਾਂ ਦਿਨ ਦਾ ਆ ਗਿਆ ਹੈ। ਸੁਖ ਸੇਜਾ ਪਰ ਗੁਰ ਸੁਖ ਪਾਇਓ। ਸੁਖਦਾਇਕ ਸੇਜਾ ਦੇ ਉੱਤੇ ਗੁਰੂ ਰਾਮਦਾਸ ਜੀ ਮਹਾਰਾਜ ਬਿਰਾਜੇ, ਸੁਖ ਪਾਇਆ। ਜਾਮ ਦਿਵਸ ਤੇ ਉੱਠੇ ਦਿਆਲ। ਪਹਿਰ ਦਿਨ ਰਹਿੰਦਿਆਂ ਦਿਆਲੂ ਸਤਿਗੁਰੂ ਜੀ ਉੱਠੇ ਹਨ। ਬਾਪੀ ਮੱਜਨ ਕੀਨ ਕਿਰਪਾਲ। ਬੌਲੀ ਸਾਹਿਬ ਦੇ ਵਿੱਚ ਕਿਰਪਾਲੂ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ। ਪੁਨ ਤਟ ਪਰ ਦੀਵਾਨ ਲਗਾਇਓ। ਫਿਰ ਕਿਨਾਰੇ ਬੈਠ ਕੇ ਦੀਵਾਨ ਲਾਇਆ ਹੈ। ਨਰ ਨਾਰੀ ਦਰਸ਼ਨ ਹਿਤ ਆਇਓ। ਮਾਈ ਭਾਈ ਜਿਹੜੇ ਆ ਉਹ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਲੱਗੇ ਰਬਾਬੀ ਸ਼ਬਦ ਸੁਗਾਨ। ਰਬਾਬੀ ਜੋ ਹਨ ਗੁਰਬਾਣੀ ਦਾ ਸ਼ਬਦ ਗਾਉਣ ਲੱਗੇ ਹਨ। ਜਿਸ ਸੁਨ ਬੇਤੇ ਹੋਏ ਕਲਿਆਣ। ਜਿਸ ਗੁਰਬਾਣੀ ਸੁਣਨ ਦੇ ਨਾਲ ਭਾਈ ਸਾਡੀ ਕਲਿਆਣਤਾ ਹੁੰਦੀ ਹੈ। ਤਬ ਸ੍ਰੀ ਰਾਮਦਾਸ ਗੁਣ ਖਾਨੀ। ਤਦ ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੋ ਗੁਣਾਂ ਦੀ ਖਾਣ ਨੇ। ਸ੍ਰੀ ਮੋਹਰੀ ਸੰਗ ਕੀਨ ਬਖਾਨੀ। ਬਾਬਾ ਮੋਹਰੀ ਜੀ ਦੇ ਨਾਲ ਫਿਰ ਉਹਨਾਂ ਨੂੰ ਬਚਨ ਕਹੇ। ਆਰ ਬਲਾ ਪ੍ਰਿਥਮੇ ਮਮ ਪੂਰੀ। ਕਿ ਹੁਣ ਜਿਹੜੀ ਸਾਡੀ ਉਮਰ ਹੈ ਉਹ ਪੂਰੀ ਹੋ ਗਈ ਹੈ। ਜਾਂ ਇਹ ਕਿ ਆਰ ਬਲਾ ਪ੍ਰਿਥਮੇ ਮਮ ਪੂਰੀ, ਸਾਡੀ ਉਮਰ ਤਾਂ ਪਹਿਲਾਂ ਹੀ ਪੂਰੀ ਹੋ ਗਈ ਸੀ। ਤੁਮ ਪਿਤ ਮਮ ਗੁਰ ਕੇਰ ਹਜੂਰੀ। ਇਹ ਤਾਂ ਤੁਹਾਡੇ ਪਿਤਾ ਤੇ ਮੇਰੇ ਸਤਿਗੁਰੂ ਉਹਨਾਂ ਦੀ ਹਜ਼ੂਰੀ ਦੇ ਵਿੱਚ ਤਿੰਨ ਨਿਜ ਆਰ ਬਲਾ ਮੋਹਿ ਦੀਨੀ। ਉਹਨਾਂ ਨੇ ਮੈਨੂੰ ਇਹ ਆਪਣੀ ਉਮਰ ਜਿਹੜੀ ਸੀ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਜੀ ਨੇ। ਸੋ ਭੀ ਪੂਰਨ ਲਿਹੋ ਅਬ ਚੀਨੀ। ਉਹ ਵੀ ਇਹ ਜਾਣ ਲੋ ਕਿ ਹੁਣ ਪੂਰਨ ਹੋ ਗਈ ਹੈ। ਆਜ ਨਿਸਾ ਹਮ ਤੁਮ ਢਿਗ ਰਹਿ। ਹੇ ਬਾਬਾ ਮੋਹਰੀ ਜੀ, ਅਸੀਂ ਅੱਜ ਦੀ ਰਾਤ ਤੁਹਾਡੇ ਕੋਲ ਰਹਾਂਗੇ। ਕੱਲ ਕੋ ਗੁਰਪੁਰ ਚਲਬੋ ਚਹੈ। ਕੱਲ ਨੂੰ ਭਲਕੇ ਸਵੇਰੇ ਅਸੀਂ ਗੁਰਪੁਰੀ ਚੱਲਣਾ ਚਾਹਾਂਗੇ। ਕਰੋ ਤਿਆਰੀ ਚੱਲਣ ਹਮਾਰੀ। ਇਸ ਕਰਕੇ ਹੁਣ ਸਾਡੇ ਚਲਾਣੇ ਦੀ, ਸਾਡੇ ਚੱਲਣ ਦੀ ਤੁਸੀਂ ਜੋ ਤਿਆਰੀ ਹੈ ਉਹ ਕਰ ਲਓ। ਗੁਰ ਸੁਤ ਸੁਨ ਪੁਨ ਸੰਗਤ ਸਾਰੀ। ਗੁਰੂ ਸਾਹਿਬ ਦੇ ਪੁੱਤਰ ਭਾਵ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਬਾਬਾ ਮੋਹਰੀ ਜੀ ਨੇ ਸੁਣਿਆ ਤੇ ਹੋਰ ਸਭ ਸੰਗਤਾਂ ਨੇ ਸੁਣਿਆ ਹੈ। ਸਭ ਕੇ ਮਨ ਮਹਿ ਸ਼ੋਕ ਬਢਾਇਓ। ਸਾਰਿਆਂ ਦੇ ਮਨ ਵਿੱਚ ਸੋਗ ਵਧਿਆ, ਦੁੱਖ ਹੋਇਆ। ਗੁਰੂ ਵਿਯੋਗ ਜਾਣਿਓ ਦੁੱਖ ਪਾਇਓ। ਕਿਉਂ ਸਤਿਗੁਰਾਂ ਦਾ ਵਿਛੋੜਾ ਹੋਣਾ ਇਹ ਜਾਣ ਕਰਕੇ ਦੁੱਖ ਪਾਇਆ ਹੈ। ਤਾਹੇ ਸਮੇਂ ਵੱਡ ਭਾਗਨ ਭਾਨੀ। ਉਸ ਸਮੇਂ ਜਿਹੜੀ ਵੱਡੇ ਭਾਗਾਂ ਵਾਲੀ ਮਾਤਾ ਭਾਨੀ ਹੈ। ਆਈ ਪਿਤ ਢਿਗ ਬੰਧਨ, ਆਈ ਪਤ ਢਿਗ ਬੰਧਨ ਠਾਨੀ। ਉਹ ਪਤੀ ਸਤਿਗੁਰੂ ਜੀ ਦੇ ਕੋਲ ਆਈ ਤੇ ਨਮਸਕਾਰ ਕੀਤੀ। ਸਰਬ ਰੀਤ ਸਮਰੱਥ ਸੁਖ ਦਾਤੇ। ਜੋ ਸਾਰੀਆਂ ਰੀਤਾਂ ਦੇ ਸਮਰੱਥ ਹਨ, ਗੁਰੂ ਮਹਾਰਾਜ ਸੁੱਖਾਂ ਦੇ ਦਾਤੇ। ਜਿਨ ਵੱਡ ਭਾਗ ਤਿਨਹੁ ਤੁਮ ਜਾਤੇ। ਹੇ ਸਤਿਗੁਰੂ ਪਤੀ ਜੀ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਤੁਹਾਨੂੰ ਜਾਣਿਆ ਹੈ। ਹਲਤ ਪਲਤ ਮਹਿ ਹੋ ਸਹਾਈ। ਤੁਸੀਂ ਹਲਤ ਪਲਤ ਲੋਕ ਪ੍ਰਲੋਕ ਦੇ ਵਿੱਚ
ਸਾਡੇ ਸਹਾਈ ਹੋਇਓ। ਜਿਮ ਚਾਹੋ ਤਿਮ ਠਟੋ ਗੁਸਾਈ। ਹੇ ਮਾਲਕ ਜੀ, ਜਿਵੇਂ ਤੁਸੀਂ ਚਾਹੋ ਉਸੇ ਤਰ੍ਹਾਂ ਤੁਸੀਂ ਕਰ ਲਓ। ਤੇ ਫਿਰ ਇਹ ਵੀ ਕਿਹਾ ਵੀ ਅਸੀਂ ਵੀ ਤੁਹਾਡੇ ਨਾਲ ਹੀ ਜਾਣਾ ਚਾਹੁੰਦੇ ਹਾਂ। ਇਉਂ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਨੇ ਕੀ ਕਿਰਪਾ ਕੀਤੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਜੋ ਬਾਕੀ ਹੈ ਕੱਲ੍ਹ ਦੇ ਸਮੇਂ ਉਹਦੀ ਸੰਪੂਰਨਤਾ ਹੋਵੇਗੀ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।